ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਹੈ ਵਿਵੇਕ ਗੋਇਲ ਤੇ ਮੈਂ ਤੁਹਾਡਾ ਸਾਰਿਆਂ ਦਾ ਅੱਜ ਸਵਾਗਤ ਕਰਦਾ ਹਾਂ। ਮੇਰੀ ਇਹ YouTube ਤੇ ਪਹਿਲੀ ਹੀ ਵੀਡੀਓ ਹੈ, ਬਟ ਸ਼ੁਰੂਆਤ ਹੈ ਜੀ। ਤੇ ਮੈਨੂੰ ਲੱਗਦਾ ਨਹੀਂ ਇਸ ਤੋਂ ਬਾਅਦ ਵੀ ਕਦੇ ਮੈਂ ਵੀਡੀਓ ਬਣਾਉਂਗਾ, ਬਸ ਇਹ ਸਿਰਫ ਅੱਜ ਕਰਕੇ ਬਣਾ ਰਿਹਾ ਕਿਉਂਕਿ ਕੱਲ ਇੱਕ ਬਹੁਤ ਬਹੁਤ ਜ਼ਿਆਦਾ ਇੰਪੋਰਟੈਂਟ ਦਿਨ ਹੈ ਪੰਜਾਬ ਦਾ, ਜਿਹੜਾ ਕਿ ਪੰਜਾਬ ਦੇ ਅਗਲੇ 5 ਸਾਲ ਦਾ ਭਵਿੱਖ ਤੈਅ ਕਰੂਗਾ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ, ਮੇਰਾ ਨਾਮ ਵਿਵੇਕ ਗੋਇਲ ਹੈ, ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਸਟੂਡੈਂਟ ਹਾਂ। ਤੇ ਹੁਣ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਬੇਸਿਕਲੀ ਕੱਲ ਦੇ ਦਿਨ ਆਪਾਂ ਨੂੰ ਸਭ ਤੋਂ ਪਹਿਲਾਂ, ਸਭ ਤੋਂ ਜ਼ਰੂਰੀ ਦਿਮਾਗ 'ਚ ਪਹਿਲਾ ਥਾਟ ਕੀ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਨਾ ਚਾਹੂੰਗਾ ਕਿ ਕੱਲ ਨੂੰ ਸਾਰਿਆਂ ਨੇ ਵੋਟ ਪਾਉਣ ਜ਼ਰੂਰ ਪਹੁੰਚਣਾ ਹੈ। ਚਾਹੇ ਇੱਕ ਮੈਂਬਰ ਹੈ, ਦੋ ਮੈਂਬਰ ਹੈ, ਤਿੰਨ ਮੈਂਬਰ ਹੈ, ਘਰ ਦੇ ਜਿੰਨੇ ਵੀ ਮੈਂਬਰ ਹੈ, ਆਪਦਾ ਜ਼ਰੂਰੀ ਟਾਈਮ ਕੱਢ ਕੇ। ਮੈਂ ਜ਼ਰੂਰ ਜਾਣਦਾ ਇੱਕ ਦਿਹਾੜੀਦਾਰ ਬੰਦਾ ਜਾਂ ਜਿਹੜਾ ਬੰਦਾ ਜਿਹਨੇ ਰੋਜ਼ ਕੰਮ ਕਰਨਾ, ਜਿਹਨੂੰ ਲੱਗਦਾ ਸਰਕਾਰ ਆਪਣੇ ਲਈ ਕੁਝ ਖਾਸ ਕਰਦੀ ਨਹੀਂ ਪਰਸਨਲੀ, ਉਹ ਕਹੂਗਾ ਵੀ ਮੈਂ ਜ਼ਰੂਰੀ ਕਿਉਂ ਯਾਰ, ਮੈਂ ਆਪਦੇ ਦਿਨ ਦੀ ਦਿਹਾੜੀ ਕਿਉਂ ਮਾਰਾਂ। ਪਰ ਪਲੀਜ਼ ਪਲੀਜ਼ ਵੋਟ ਪਾਉਣ। ਇਹੀ ਬਦਲਾਅ ਚੇਂਜ ਕਰਨਾ ਆਪਾਂ। ਇਹੀ ਜਿਹੜਾ ਇਹ ਨੋਸ਼ਨ ਹੈ ਵੀ ਸਰਕਾਰ ਆਪਣੇ ਲਈ ਕੁਝ ਨਹੀਂ ਕਰਨੀ, ਉਹ ਸਰਕਾਰ ਹੀ ਬਦਲਣੀ ਹੈ। ਨਹੀਂ ਬਦਲਣੀ ਆ, ਬਦਲਣੀ ਆ ਉਹ ਵੀ ਤੁਹਾਡੇ ਉੱਤੇ ਹੈ, ਪਰ ਵੋਟ ਪਾਉਣ ਜ਼ਰੂਰ ਆਈਓ। ਜੇ 100 ਬੰਦਾ ਹੈ ਆਪਣੇ ਪਿੰਡ 'ਚੋਂ ਤਾਂ 100 ਦਾ 100 ਬੰਦਾ ਵੋਟ ਪਾਉਣ ਜ਼ਰੂਰ ਆਉਣਾ ਚਾਹੀਦਾ, ਤਾਂ ਕਿ ਸਾਰਿਆਂ ਦਾ ਮੱਤ ਦਿਖੇ ਵੀ ਕੌਣ ਕੀ ਚਾਹੁੰਦਾ, ਕੌਣ ਕੀ ਚਾਹੁੰਦਾ। ਐਂ ਨਾ ਹੋਵੇ ਵੀ ਇੱਕ ਦੋ ਵੋਟਾਂ ਕਰਕੇ ਕੋਈ ਬੰਦਾ ਜਾਂ ਕੋਈ ਮੰਤਰੀ ਜਿਹੜਾ ਨਹੀਂ, ਬਹੁਮਤ ਨਾਲ ਜਿਹੜਾ ਨਹੀਂ ਜਿੱਤਣਾ ਚਾਹੀਦਾ ਸੀ, ਉਹ ਜਿੱਤ ਜਾਵੇ। ਫਿਰ ਆਪਾਂ ਅਗਲੇ 5 ਸਾਲ ਪਛਤਾਈ ਜਾਈਏ। ਔਖਾ ਜ਼ਰੂਰ ਹੈ ਪਰ ਕਰਨਾ ਵੀ ਜ਼ਰੂਰ ਹੈ ਆਪਾਂ ਸਾਰਿਆਂ ਨੇ ਰਲ ਕੇ। ਪਲੀਜ਼ ਇਸ ਥਾਂ ਤੇ ਤੁਸੀਂ ਸਾਰਿਆਂ ਨੇ ਸਪੋਰਟ ਕਰਨਾ। ਕੱਲ੍ਹ ਨੂੰ ਵੋਟ ਪਾਉਣ ਸਾਰਿਆਂ ਨੇ ਆਪਦੇ ਆਪਦੇ ਟਾਈਮ ਤੇ। ਸਰਕਾਰੀ ਸਕੂਲ ਜਿੱਥੇ ਵੀ ਤੁਹਾਡੇ ਬੂਥ ਬਣਿਆ ਹੋਇਆ ਹੈ ਉੱਥੇ ਜ਼ਰੂਰ ਪਹੁੰਚਣਾ ਹੈ ਵੋਟ ਪਾਉਣ ਲਈ। ਮੈਂ ਇਹੀ ਉਮੀਦ ਕਰਦਾ। ਅੱਜ ਆਪਾਂ ਡਿਸਕਸ ਕਰਾਂਗੇ ਕਿ ਬੇਸਿਕਲੀ ਐਟ ਪ੍ਰੈਜ਼ੈਂਟ ਸਟੇਟਸ ਕੀ ਹੈ, ਕਿਉਂ ਆਪਾਂ ਨੂੰ ਵੋਟ ਕਿੱਧਰ ਪਾਣੀ ਚਾਹੀਦੀ ਹੈ, ਕਿੱਧਰ ਨਹੀਂ ਪਾਣੀ ਚਾਹੀਦੀ। ਜੋ ਵੀ ਤੁਹਾਡੇ ਮਨ 'ਚ ਡਾਊਟਸ ਹੋਣਗੇ ਵੀ ਯਾਰ ਐਂ ਹੋ ਗਿਆ ਜਾਂ ਉਵੇਂ ਹੋ ਗਿਆ, ਇਸ ਕਰਕੇ ਮੈਂ ਇੱਧਰ ਵੋਟ ਪਾ ਰਿਹਾ, ਇਸ ਕਰਕੇ ਉੱਧਰ ਵੋਟ ਪਾ ਰਿਹਾ, ਤੁਸੀਂ ਮੇਰੇ ਨਾਲ ਜੁੜੇ ਰਹੋ। ਵੀਡੀਓ ਦੇ ਐਂਡ ਤੱਕ ਤੁਹਾਡੇ ਸਾਰੇ ਡਾਊਟਸ ਕਲੀਅਰ ਹੋ ਜਾਣਗੇ। ਤੁਹਾਨੂੰ ਐਟਲੀਸਟ ਐਂ ਕਲੀਅਰ ਹੋ ਜਾਊਗਾ ਵੀ ਅੱਜ ਮੈਂ ਵੋਟ ਪਾਣੀ ਹੈ ਤਾਂ ਕਿਹਨੂੰ ਹੀ ਪਾਣੀ ਹੈ। ਤੇ ਜਿਹੜੇ ਆਲਰੇਡੀ ਕਲੀਅਰ ਨੇ ਉਹ ਵੀ ਕਾਈਂਡਲੀ ਪਲੀਜ਼ ਆਪਦੀ ਮੇਰੀ ਗੱਲ ਜ਼ਰੂਰ ਸੁਣਨ, ਕਿਉਂਕਿ ਇਹਦੇ 'ਚ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੋ ਸਕਦੀਆਂ ਜਿਹੜਾ ਤੁਹਾਡਾ ਮਨ ਚੇਂਜ ਕਰ ਸਕਣ। ਮੈਂ ਤੁਹਾਡਾ ਕੋਈ ਮਨ ਚੇਂਜ ਕਰਨ ਦੀ ਇੰਟੈਂਸ਼ਨ ਨਾਲ ਨਹੀਂ ਆਇਆ, ਪਰ ਮੈਂ ਜਸਟ ਇਹ ਚਾਹਨਾ ਵੀ ਜਿਹੜਾ ਸੱਚ ਦਾ ਰਾਹ ਹੈ, ਕਿਉਂਕਿ ਆਪਾਂ ਆਪਦੀ ਸੋਲ ਦਾ ਜਵਾਬ ਉੱਪਰ ਜਾ ਕੇ ਪਰਮਾਤਮਾ ਨੂੰ ਵੀ ਦੇਣਾ ਵੀ ਆਪਾਂ ਧਰਤੀ ਤੇ ਕੀ ਕਰਕੇ ਆਏ ਹਾਂ। ਇਹ ਸਿਰਫ ਇੱਥੇ ਹੀ ਨਹੀਂ ਹਿਸਾਬ ਕਿਤਾਬ ਹੋਣਾ ਹੈਗਾ। ਤਾਂ ਕਰਕੇ ਚਲੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹ ਬੇਸਿਕ ਚੀਜ਼ਾਂ ਆਪਾਂ ਸ਼ੁਰੂ ਕਰਾਂਗੇ ਕਿ ਪਹਿਲੇ ਤਾਂ ਜਿਹੜੀਆਂ ਮੇਨ ਪਾਰਟੀਆਂ ਨੇ ਜਿਹੜੀਆਂ ਕਿ ਇਸ ਵਾਰ ਪੰਜਾਬ 'ਚ ਆਪਸ 'ਚ ਇਲੈਕਸ਼ਨ ਲੜ ਰਹੀਆਂ ਨੇ, ਸਭ ਤੋਂ ਵੱਡੀ ਗੱਲ ਇਹ ਹੈ ਜੀ, ਪੂਰੇ ਦੇਸ਼ 'ਚ ਕਿਤੇ ਨਹੀਂ ਹੁੰਦਾ ਜਿੱਥੇ ਦੋ ਤੋਂ ਵੱਧ ਪਾਰਟੀਆਂ ਆਪਸ 'ਚ ਓਪੋਜੀਸ਼ਨ 'ਚ ਹੁੰਦੀਆਂ ਨੇ ਲੜਾਈ ਕਰਨ ਵਾਸਤੇ। ਇੱਕੋ ਮੰਚ ਦੇ ਉੱਤੇ 5 ਪਾਰਟੀਆਂ ਲੜਨ ਨੂੰ ਤਿਆਰ ਨੇ। ਇਹ ਪੰਜਾਬ 'ਚ ਆਪਦੇ ਆਪ ਦੀ ਸਭ ਤੋਂ ਪਹਿਲਾਂ ਬਹੁਤ ਵੱਡੀ ਜਿੱਤ ਹੈ। ਤੇ ਪੰਜੇ ਵੀ ਆਈ ਨਹੀਂ ਹੈਗੀਆਂ ਵੀ ਦੋ ਹੀ ਤਕੜੀਆਂ ਨੇ ਬਾਕੀ ਤਿੰਨ ਐਵੇਂ ਐਵੇਂ ਹੀ ਨੇ। 5-6 ਜਿਹੜੀਆਂ ਵੀ ਪਾਰਟੀਆਂ ਨੇ ਉਹ ਵਧੀਆ ਪੱਧਰ ਤੇ ਆਪਦਾ ਪੂਰਾ ਪੱਖ ਜਮਾਏ ਹੋਏ ਆ ਤੇ ਹਰ ਇੱਕ ਨੂੰ ਜਿੱਤਣ ਦੀ ਆਸ ਹੈ। ਸਭ ਤੋਂ ਪਹਿਲਾਂ ਹੈਗੀ ਨੈਸ਼ਨਲ ਪਾਰਟੀ ਜਿਹੜੀ ਆਪਣੀ ਕਾਂਗਰਸ ਪਾਰਟੀ, UPA ਯੂਨਾਈਟਿਡ ਪ੍ਰੋਗਰੈਸ ਅਲਾਈਅੰਸ। ਉਹਦੇ ਚੀਫ ਮਿਨਿਸਟਰ ਉਮੀਦਵਾਰ ਨੇ ਚਰਨਜੀਤ ਸਿੰਘ ਚੰਨੀ, ਜੋ ਕਿ ਚੀਫ ਮਿਨਿਸਟਰ ਕੈਂਡੀਡੇਟ ਨੇ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜੀ, ਜਿਹੜੇ ਕਿ ਹਲਕਾ ਚਮਕੌਰ ਸਾਹਿਬ ਤੋਂ ਇਲੈਕਸ਼ਨ ਲੜ ਰਹੇ ਨੇ। ਸੌਰੀ, ਚਮਕੌਰ ਸਾਹਿਬ ਤੋਂ ਚਰਨਜੀਤ ਸਿੰਘ ਚੰਨੀ ਲੜ ਰਹੇ ਨੇ, ਆਪਣੇ ਧੂਰੀ ਤੋਂ ਭਗਵੰਤ ਮਾਨ ਜੀ ਲੜ ਰਹੇ ਨੇ। ਉਸ ਤੋਂ ਬਾਅਦ ਨੇ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ। ਉਸ ਤੋਂ ਬਾਅਦ ਬਹੁਜਨ ਸਮਾਜ, ਉਹਨਾਂ ਦਾ ਜਿਹੜਾ ਗੱਠਜੋੜ ਹੈ, ਕੋਅਲੀਸ਼ਨ ਹੈ, ਉਹ ਹੈਗਾ ਬਹੁਜਨ ਸਮਾਜ ਪਾਰਟੀ ਨਾਲ। ਜਸਵੀਰ ਸਿੰਘ ਘੜੀ ਹੈ ਜਿਹੜੇ ਉਹਨਾਂ ਦੇ ਇੰਚਾਰਜ ਨੇ, ਇਲੈਕਸ਼ਨ ਇੰਚਾਰਜ ਨੇ। ਪਰ ਇਹਨਾਂ ਦਾ ਜਿਹੜਾ ਕੈਂਡੀਡੇਟ ਫੇਸ ਹੈ, ਚੀਫ ਮਿਨਿਸਟਰ ਫੇਸ, ਉਹ ਸੁਖਬੀਰ ਸਿੰਘ ਬਾਦਲ ਜੀ ਨਹੀਂ ਨੇ ਇਸ ਕੋਲੈਬੋਰੇਸ਼ਨ ਦਾ। ਉਸ ਤੋਂ ਬਾਅਦ ਨੇ ਭਾਰਤੀ ਜਨਤਾ ਪਾਰਟੀ, ਪੰਜਾਬ ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਇਕੱਠੇ ਹੋ ਕੇ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਹੋਰ ਸੈਕਿੰਡ ਪਾਰਟ ਹੈ ਜਿਹੜਾ ਟੁੱਟ ਕੇ ਇਹਨਾਂ ਨਾਲ ਜੁੜਿਆ। ਉਸ ਤੋਂ ਬਾਅਦ ਹੈਗਾ ਸੰਯੁਕਤ ਕਿਸਾਨ ਮੋਰਚਾ, ਉਹ ਵੀ ਪੂਰੀਆਂ 117 ਦੀ 117 ਸੀਟਾਂ ਤੋਂ ਇਲੈਕਸ਼ਨ ਲੜ ਰਹੇ ਨੇ। ਅੱਗੇ ਚੱਲਦੇ ਹਾਂ ਆਪਾਂ। ਹੁਣ ਆਪਾਂ ਇੱਥੇ ਡਿਸਕਸ ਕਰਾਂਗੇ ਵੀ ਸਭ ਤੋਂ ਪਹਿਲਾਂ ਜਿਹੜਾ ਆਪਾਂ ਸੋਚਦੇ ਹਾਂ ਵੀ ਆਪਾਂ ਨੂੰ ਵੋਟ ਜਿਹੜਾ ਉਹ ਕਿਸ ਚੀਜ਼ ਤੇ ਪਾਉਣਾ ਚਾਹੀਦਾ, ਕਿਸ ਚੀਜ਼ ਤੇ। ਕਿਉਂਕਿ ਹਮੇਸ਼ਾ ਇੱਕ ਨਾ ਇੱਕ ਸਰਕਾਰ ਪਹਿਲਾਂ ਰਹੀ ਹੁੰਦੀ ਹੈ, ਉਸ ਤੋਂ ਬਾਅਦ ਵਾਲੀਆਂ ਸਰਕਾਰਾਂ ਦੇ ਏਜੰਡੇ ਹੁੰਦੇ ਆ, ਜਾਂ ਫਿਰ ਉਹ ਵੀ ਪਹਿਲਾਂ ਰਹਿ ਚੁੱਕੀਆਂ ਹੁੰਦੀਆਂ। ਜਿਹੜੀਆਂ ਨਹੀਂ ਰਹੀਆਂ ਹੁੰਦੀਆਂ ਉਹਨਾਂ ਦੇ ਕੋਲ ਸਿਰਫ ਏਜੰਡੇ ਜਾਂ ਆਪਣੇ ਆਪਣੇ ਮੈਨੀਫੈਸਟੋਸ ਹੁੰਦੇ ਨੇ। ਤਾਂ ਹੀ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੂੰਗਾ ਕਿ ਜਿਹੜੀ ਸਰਕਾਰ ਆ ਉਹਦਾ ਸਭ ਤੋਂ ਪ੍ਰਾਈਮ ਕੰਮ, ਜਿਹੜਾ ਸਭ ਤੋਂ ਜ਼ਰੂਰੀ ਕੰਮ ਆ, ਉਹ ਹੈ ਸੇਵਾ ਭਾਵਨਾ ਦਾ ਕੰਮ। ਸੇਵਾ ਸਰਕਾਰ ਕਿਉਂ ਕਰ ਸਕਦੀ ਹੈ ਤੇ ਕਿਵੇਂ ਕਰ ਸਕਦੀ ਹੈ। ਸਰਕਾਰ ਕੋਈ ਐਂ ਨਹੀਂ ਹੈਗਾ ਵੀ ਸਰਕਾਰ ਇੱਕ ਕੋਈ ਬਿਜ਼ਨਸ ਹੈ, ਠੀਕ ਹੈ, ਜਿਹਨੇ ਆਪ ਆਪਣੇ ਤੋਂ ਪੈਸੇ ਕਮਾਉਣੇ ਆ ਤਾਂ ਉਹਦੇ ਚੋਂ ਕੱਢ ਕੇ ਕੁਛ ਦੇਣਾ। ਸਰਕਾਰ ਇੱਕ ਬਹੁਤ ਸਿੰਪਲ ਟ੍ਰਾਂਜੈਕਸ਼ਨ ਹੈ। ਆਪਾਂ ਲੋਕ ਆਪ ਹੀ ਟੈਕਸ ਭਰਦੇ ਹਾਂ
ਤੇ ਜਿਹੜੀ ਸਰਕਾਰ ਹੈ ਉਹਨੇ ਉਸੇ ਟੈਕਸ ਨੂੰ ਸਹੀ ਤਰੀਕੇ ਨਾਲ ਵਰਤ ਕੇ ਸਾਰਿਆਂ 'ਚ ਵੰਡਣਾ ਹੈ, ਵੀ ਜੇ ਉਹਦੇ ਨਾਲ ਜਿਹਦੇ ਨਾਲ ਹੈ ਵੀ ਇੱਕ ਬੈਲੈਂਸ ਮੇਨਟੇਨ ਕੀਤਾ ਜਾ ਸਕੇ, ਹਿੱਸੇਦਾਰੀ ਬਰਾਬਰੀ ਕੀਤੀ ਜਾ ਸਕੇ। ਜਿਹੜੇ ਥੋੜੇ ਜਿਹੇ ਘੱਟ ਲੋਕ ਹੈ, ਜਿਹੜੇ ਜ਼ਿਆਦਾ ਜਿਹੜੇ ਥੋੜੇ ਸੌਰੀ ਘੱਟ ਫਾਈਨੈਂਸ਼ੀਅਲੀ ਘੱਟ ਇੰਡੀਪੈਂਡੈਂਟ ਨੇ, ਜਾਂ ਥੋੜੇ ਜਿਵੇਂ ਸਪੈਸ਼ਲੀ ਏਜਡ ਲੋਕ ਆ ਗਏ, ਜਿਹੜੇ ਬੁੜੇ ਹੋ ਚੁੱਕੇ ਨੇ ਜਾਂ ਜਿਹੜੇ ਥੋੜੇ ਡਿਸੇਬਲਡ ਨੇ, ਉਹਨਾਂ ਵਾਸਤੇ ਥੋੜੇ ਜਿਹਾ ਫੈਸਿਲਿਟੀਜ਼ ਦਾ ਅਰੇਂਜਮੈਂਟ ਕੀਤਾ ਜਾ ਸਕੇ। ਤਾਂ ਬੇਸਿਕਲੀ ਇੱਕ ਜਿਹੜੀ ਸਰਕਾਰ ਹੈ ਨਾ, ਇਹਦਾ ਬੇਸਿਕ ਕੰਸੈਪਟ ਇਹੀ ਹੈ ਵੀ ਇੱਕ ਵੈਲਫੇਅਰ ਸੁਸਾਇਟੀ ਹੈ, ਜਿਵੇਂ ਐਨਜੀਓ ਹੁੰਦੇ ਨੇ, ਇੱਕ ਉਹੀ ਹੈ ਵੀ ਉਹ ਪੈਸਾ ਇਕੱਠਾ ਕਰਦੀ ਹੈ ਤੇ ਇੱਕ ਲੋਕਾਂ ਤੇ ਉੱਤੇ ਵਾਪਸ ਹੀ ਲਾਉਂਦੀ ਹੈ। ਉਹਦਾ ਕਿਤੇ ਵੀ ਇਹ ਮਤਲਬ ਨਹੀਂ ਹੈਗਾ ਵੀ ਉਹ ਪੈਸੇ ਖਾਵੇ, ਉਹ ਤਾਂ ਮਤਲਬ ਹੀ ਨਹੀਂ ਮੰਨਦਾ ਹੈਗਾ, ਕਿਉਂਕਿ ਉਹਨਾਂ ਨੂੰ ਉਹਦੇ ਵਿੱਚੋਂ ਆਪਦੀਆਂ ਸੈਲਰੀਆਂ ਵੀ ਮਿਲਦੀਆਂ ਉਸ ਕੰਮ ਨੂੰ ਕਰਨ ਵਾਸਤੇ। ਇੱਕ ਸਿੰਪਲ ਹੈ ਵੀ ਆਪਾਂ ਕਿਸੇ ਦੁਕਾਨ ਤੇ ਕੰਮ ਤੇ ਲੱਗੇ ਹੋਏ ਆ, ਆਪਾਂ ਅਗਲੇ ਲਈ ਕੰਮ ਕਰਦੇ ਹਾਂ, ਅਗਲਾ ਆਪਾਂ ਨੂੰ ਪੈਸੇ ਦਿੰਦਾ ਹੈ, ਬਸ। ਇਸ ਤੋਂ ਵੱਧ ਕੇ ਕੁਝ ਨਹੀਂ ਹੈ। ਸਰਕਾਰ ਕੋਈ ਆਪਣਾ ਪਿਓ ਨਹੀਂ, ਕੋਈ ਮਾਂ ਨਹੀਂ, ਕੋਈ ਬਾਪ ਨਹੀਂ ਹੈਗਾ। ਇਹ ਚੀਜ਼ ਨੂੰ ਸਭ ਤੋਂ ਪਹਿਲਾਂ ਇਹ ਨੋਸ਼ਨ ਸਮਝਣਾ ਬਹੁਤ ਜ਼ਰੂਰੀ ਹੈ ਵੀ ਸਰਕਾਰ ਨੂੰ ਆਪਾਂ ਉਹਦਾ ਪਿਓ ਮਾਂ ਸਭ ਰੱਬ ਮੰਨ ਲੈਂਦੇ ਆ, ਉਹ ਨਹੀਂ ਹੈਗਾ। ਸਰਕਾਰ ਵੀ ਜਿਹੜੀ ਹੁੰਦੀ ਆ ਉਹ ਆਪਣੇ ਚੋਂ ਹੀ ਚੁਣੇ ਹੋਏ ਲੋਕ ਹੁੰਦੇ ਨੇ। ਉਹ ਠੀਕ ਹੈ ਵੀ ਬਹੁਤ ਘਟੀਆ ਤੇ ਬਹੁਤ ਮੈਲਾ ਕਰ ਰੱਖਿਆ, ਜਿਹਦੇ ਕਰਕੇ ਉਹਨਾਂ ਨੇ ਆਪਦੇ ਆਪ ਨੂੰ ਬਹੁਤ ਉੱਚਾ ਰੱਖ ਰੱਖਿਆ, ਪਰ ਐਟ ਦਾ ਐਂਡ ਉਹ ਅੱਜ ਦੇ ਦਿਨਾਂ ਤੇ ਹੀ ਗੱਲ ਆ ਜਾਂਦੀ ਹੈ ਵੀ ਚੁਣਦੇ ਤਾਂ ਉਹਨਾਂ ਨੂੰ ਆਪਾਂ ਹੀ ਹਾਂ। ਸਭ ਤੋਂ ਪਹਿਲਾਂ ਸਰਕਾਰ ਦਾ ਜਿਹੜਾ ਮੇਨ ਕੰਮ ਉਹ ਹੈ ਸਿੱਖਿਆ ਪ੍ਰੋਵਾਈਡ ਕਰਨਾ, ਐਜੂਕੇਸ਼ਨ ਆਪਣੇ ਬੱਚਿਆਂ ਵਾਸਤੇ। ਜੇ ਬੱਚੇ ਅੱਜ ਪੜ੍ਹਨਗੇ, ਉਹ ਜ਼ਮਾਨਾ ਗਿਆ ਆ ਜਦੋਂ ਆਪਾਂ 10ਵੀਂ ਪਾਸ ਜਾਂ 12ਵੀਂ ਪਾਸ ਵਾਲਿਆਂ ਦਾ ਵਿਆਹ ਕਰ ਦਿੰਦੇ ਸੀ, ਤੋਰ ਦਿੰਦੇ ਸੀ, ਕੰਮ ਚੱਲੀ ਜਾਂਦਾ ਸੀ, ਕਿਉਂਕਿ ਉਸ ਟਾਈਮ ਦੇ ਕੰਮ ਸੀਗੇ, ਤਕਨੀਕਾਂ ਇੰਨੀਆਂ ਨਹੀਂ ਵਧੀਆਂ ਹੋਈਆਂ ਸੀ, 10ਵੀਂ ਪਾਸ ਕਰਕੇ ਵੀ ਚੱਲ ਜਾਂਦਾ ਸੀ। ਉਸ ਟਾਈਮ 10ਵੀਂ ਦੀ ਪੜ੍ਹਾਈ ਵੀ ਬਹੁਤ ਜ਼ਰੂਰੀ ਮੰਨੀ ਜਾਂਦੀ ਸੀ, ਲੋਕ 10ਵੀਂ 12ਵੀਂ ਵੀ ਔਖੀ ਕਰਦੇ ਸੀ। ਅੱਜ ਕੱਲ੍ਹ ਜਣਾ ਖਣਾ 10ਵੀਂ 12ਵੀਂ ਕਰੀ ਬੈਠਾ, ਪਰ ਅੱਜ ਕੱਲ੍ਹ ਪੜ੍ਹਾਈਆਂ ਦੇ ਲੈਵਲ ਬਹੁਤ ਵੱਧ ਗਏ ਨੇ, ਵੱਡੀਆਂ ਵੱਡੀਆਂ ਡਿਗਰੀਆਂ PhDਆਂ ਕਰਕੇ ਵੀ ਲੋਕ ਅਨਇੰਪਲੋਇਡ ਬੈਠੇ ਨੇ। ਅੱਜ ਦੇ ਜੇ ਯੁੱਗ ਨਾਲ ਆਪਾਂ ਕੰਪੀਟ ਕਰਨਾ ਬਾਹਰਲੇ ਦੇਸ਼ਾਂ ਨਾਲ, ਉਹਨਾਂ ਤੋਂ ਅੱਗੇ ਵਧਣਾ, ਤਾਂ ਐਜੂਕੇਸ਼ਨ ਇੱਕ ਬਹੁਤ ਜ਼ਰੂਰੀ ਹੈ, ਜਿਹੜਾ ਆਪਣੇ ਬੱਚਿਆਂ ਦਾ ਭਵਿੱਖ ਸੁਧਾਰ ਸਕਦੀ ਹੈ, ਆਪਣਾ ਭਵਿੱਖ ਸੁਧਾਰ ਸਕਦੀ ਹੈ ਤੇ ਆਪਣੇ ਪੂਰੇ ਦੇਸ਼ ਦਾ ਭਵਿੱਖ ਸੁਧਾਰਦੀ ਹੈ। ਹੈਲਥ ਕੇਅਰ, ਹੈਲਥ ਕੇਅਰ ਹੁਣ ਤੁਸੀਂ ਦੇਖੋ ਵੀ ਹਰ ਇੱਕ ਥਾਂ ਤੇ ਸਰਕਾਰੀ ਹਸਪਤਾਲ ਹੋਣਾ ਵਾਜਬ ਹੈ। ਆਪਣੇ ਥਾਵਾਂ ਤੇ ਜਿਹੜੇ ਸਰਕਾਰੀ ਹਸਪਤਾਲ ਨੇ ਉਹ ਕਿਹੋ ਜਿਹੇ ਹੁੰਦੇ ਨੇ, ਕਿਹੋ ਜਿਹੇ ਨਹੀਂ ਹੁੰਦੇ, ਇਹ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੀ ਹੈ। ਪੰਜਾਬ ਦੇ ਹਸਪਤਾਲਾਂ ਦਾ ਇੰਨਾ ਮਾੜਾ ਹਾਲ ਹੈ, ਇੰਨਾ ਮਾੜਾ ਹਾਲ ਹੈ, ਤੁਸੀਂ ਪੜ੍ਹਦੇ ਹੋ। ਤੁਸੀਂ ਕੋਵਿਡ ਤੋਂ ਪਹਿਲਾਂ ਦੇ ਟਾਈਮ ਨੂੰ ਹੀ ਲੈ ਲਓ, ਕੋਵਿਡ ਦਾ ਤਾਂ ਇਹਨਾਂ ਕੋਲ ਵਧੀਆ ਬਹਾਨਾ ਆ ਚੁੱਕਿਆ ਜੀ, ਬਹੁਤ ਪੇਸ਼ੈਂਟ ਸੀ, ਇਹ ਸੀ ਉਹ ਸੀ। ਉਹ ਤੋਂ ਪਹਿਲਾਂ ਤੁਸੀਂ ਕੋਈ ਸਰਕਾਰੀ ਹਸਪਤਾਲ 'ਚ ਜਾ ਕੇ ਤੁਸੀਂ ਢੰਗ ਨਾਲ ਦਵਾਈ ਲੈ ਲਓ, ਕਦੇ ਡਾਕਟਰ ਅਵੇਲੇਬਲ ਨਹੀਂ ਹੈਗੇ। ਜੇ ਡਾਕਟਰ ਅਵੇਲੇਬਲ ਹੈ ਤਾਂ ਇੱਕ ਜਾਂ ਦੋ ਹੀ ਆ ਵਿਚਾਰੇ, ਉਹ ਇੰਨਾ ਸਟਾਫ ਕਿਵੇਂ ਸਾਂਭਣਗੇ? ਸਰਦੂਲਗੜ੍ਹ ਹਲਕੇ ਨੂੰ ਤੁਸੀਂ ਆਪ ਹੀ ਦੇਖ ਲਓ ਕਿੰਨੇ ਪਿੰਡ ਲੱਗਦੇ ਨੇ, ਇੰਨੇ ਸਟਾਫ ਉਹ ਕਿਵੇਂ ਸਾਂਭ ਸਕਦਾ? ਉਹਦੇ ਤੇ ਵੀ ਬਰਡਨ ਹੈ, ਉਹ ਵੀ ਵਿਚਾਰੇ ਕੀ ਕਰਨ? ਸਮਝ ਰਹੇ ਹੋ? ਤਾਂ ਸਟਾਫ ਪ੍ਰੋਪਰ ਹੋਣਾ ਚਾਹੀਦਾ ਹੈ, ਬਿਲਡਿੰਗ ਪ੍ਰੋਪਰ ਹੋਣੀ ਚਾਹੀਦੀ ਹੈ, ਸਹੂਲਤ ਪ੍ਰੋਪਰ ਹੋਣੀ ਚਾਹੀਦੀ ਹੈ। ਸੁੱਖ ਨਾਲ ਅੱਗੇ ਮੈਂ ਤੁਹਾਨੂੰ ਦੱਸੂਗਾ, ਬਜਟ ਦਿਖਾਊਂਗਾ ਹੈਲਥ ਕੇਅਰ ਦਾ ਕਿੰਨਾ ਕਿੰਨਾ ਬਜਟ ਹੈ। ਇੰਨਾ ਇੰਨਾ ਪੈਸਾ ਆਉਂਦਾ ਸਾਰਾ ਜੇਬ 'ਚ, ਸਾਰੀਆਂ ਸਰਕਾਰਾਂ ਸਾਰਾ ਜੇਬ 'ਚ, ਸਾਰਾ ਗੰਦ ਇਹਨਾਂ ਨੇ ਇੱਥੇ ਹੀ ਪਾ ਰੱਖਿਆ। ਉਹ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਵੀ ਆਪਾਂ ਇਹਨਾਂ ਨੂੰ ਪੈਸੇ ਆਲਰੇਡੀ ਸੈਲਰੀ ਮਿਲਦੀ ਹੈ, ਪਰ ਇਹਨਾਂ ਦੇ ਇਹ ਪੱਲੇ ਗੱਲ ਹੀ ਨਹੀਂ ਪੈਂਦੀ ਹੈ। ਇਹਨਾਂ ਨੂੰ ਤਾਂ ਐਂ ਹੈ ਜੀ ਵੀ ਜਿਹੜਾ ਵੀ ਪੈਸਾ ਆ ਰਿਹਾ ਹੈ ਉਹ ਸਾਡੀ ਜੇਬ 'ਚ ਪੈਣ ਨੂੰ ਹੀ ਆ ਰਿਹਾ ਹੈ, ਉਹ ਤੋਂ ਇਲਾਵਾ ਕੋਈ ਕੰਮ ਨਹੀਂ ਹੈਗਾ ਉਸ ਪੈਸੇ ਦਾ। ਤੀਜਾ ਹੈ ਸਿਕਿਉਰਿਟੀ, ਜਿਹਨੂੰ ਆਪਾਂ ਕਹਿੰਦੇ ਆ ਪੰਜਾਬ ਪੁਲਿਸ ਪੰਜਾਬ ਦੇ ਵਿੱਚ। ਉਹਦਾ ਤਾਂ ਇਹ ਮੈਨੂੰ ਲੱਗਦਾ ਮੈਨੂੰ ਜ਼ਿਕਰ ਕਰਨ ਦੀ ਲੋੜ ਨਹੀਂ ਹੈਗੀ। ਤੁਸੀਂ ਆ ਇੱਥੇ ਟੋਲ ਦੇ ਨਾਕੇ ਤੇ ਜਾ ਰਹੇ ਹੋ, ਤੁਹਾਡਾ ਮਾੜਾ ਜਾਂ ਟਾਇਰ ਕੀ ਮਾੜਾ ਜਿਹਾ ਮੰਨ ਲਓ, ਤੁਹਾਡੀ ਆਰਸੀ ਉਰਸੀ ਜਿਹੜਾ ਕੁਝ ਹੈ ਨਹੀਂ ਹੈ ਉਹ ਤਾਂ ਬਾਅਦ ਦੀ ਗੱਲ ਹੈ, ਉਹੀ ਰੋਕ ਲੈਣਗੇ ਤੁਹਾਨੂੰ ਸ਼ੌਂਕੀਆ ਹੀ ਵੀ ਕਿੱਥੇ ਚੱਲੇ ਹੋ, ਕਿਉਂ ਚੱਲੇ ਹੋ। ਜੇ ਇਹਨਾਂ ਨੂੰ ਕਹਿ ਦਿਓ ਵੀ ਸਰ ਜੀ ਮਾੜਾ ਜਿਹਾ ਉੱਧਰ ਹੋ ਕੇ ਆਣਾ, ਇਹ ਸਿੱਧੇ ਮੂੰਹ ਕਿਸੇ ਨਾਲ ਗੱਲ ਨਹੀਂ ਕਰਦੇ ਹੈਗੇ। ਜੇ ਕੋਈ ਕੇਸ ਹੈ, ਕੇਸ ਲੈ ਕੇ ਜਾਓ, ਇਹ ਕੀ ਕਰਨਗੇ, ਦੂਜੀ ਪਾਰਟੀ ਤੋਂ ਹੀ ਪੈਸੇ ਲੈ ਕੇ ਰਫਾ ਦਫਾ ਕਰ ਦੇਣਗੇ, ਨਿਪਟਾ ਦੇਣਗੇ, ਤੁਹਾਨੂੰ ਵੀ ਵਾਪਸ ਭੇਜ ਦੇਣਗੇ। ਤੁਸੀਂ ਇੰਨਾ ਮਰਜ਼ੀ ਮੱਥਾ ਮਾਰੀ ਜਾਓ, ਤੁਹਾਨੂੰ ਉਲਝਣਾ ਚ ਪਾ ਦੇਣਗੇ। ਮੈਂ ਤੁਹਾਨੂੰ ਆਪਦੇ ਨਾਲ ਇੱਕ ਕੇਸ ਦੱਸਦਾ। ਮੇਰਾ ਮੋਟਰਸਾਈਕਲ ਦੇ ਵਿੱਚ ਖੜੇ ਮੋਟਰਸਾਈਕਲ ਦੇ ਵਿੱਚ ਕਿਸੇ ਨੇ ਆ ਕੇ, ਚੋਰ ਨੇ ਇੱਕ ਮੋਟਰਸਾਈਕਲ ਮੇਰੇ ਪਿੱਛੇ ਜਿਹੜੇ ਬੈਠੇ ਸੀਗੇ ਮੈਂਬਰ, ਉਹਨਾਂ ਦਾ ਮੋਬਾਈਲ ਖੋ ਕੇ ਲੈ ਆ ਰਿਹਾ ਸੀ। ਉਹ ਵੀ ਡਿੱਗ ਗਿਆ, ਮੈਂ ਵੀ ਡਿੱਗ ਗਿਆ, ਮੋਟਰਸਾਈਕਲ ਟੁੱਟ ਗਿਆ। ਮੈਂ ਉਹਨਾਂ ਨੂੰ ਫੋਨ ਮਾਰਿਆ ਵੀ ਭਾਈ ਐਵੇਂ ਐਵੇਂ ਕਰਕੇ ਆ, ਵੀ ਨਾਲੇ ਤਾਂ ਚੋਰੀ ਕਰਦੇ ਸੀ, ਨਾਲੇ ਸਾਡੇ ਸੱਟਾਂ ਵੱਜੀਆਂ। ਪੁਲਿਸ ਨੇ ਕੀ ਕੀਤਾ, ਉਹਨੂੰ ਗੱਡੀ 'ਚ ਬਿਠਾਇਆ, ਕਹਿੰਦੇ ਤੁਸੀਂ ਚੱਲੋ ਜੀ ਅਸੀਂ ਇਹਨੂੰ ਲੈ ਕੇ ਆਉਂਦੇ ਹਾਂ। ਗੱਡੀ 'ਚ ਉਹਦੇ ਤੋਂ 500 ਰੁਪਇਆ ਲੈ ਕੇ 500 ਰੁਪਏ ਨਾਲ ਸਾਨੂੰ ਨਿਪਟਾਤਾ ਵੀ ਕੇਸ ਕੁਛ ਤਾਂ ਇਹਦੇ ਕੋਲ ਤਾਂ ਕੁਛ ਹੈ ਨਹੀਂ, ਪੰਜੀ ਧੰਜੀ ਹੈ ਨਹੀਂ, ਵੀ ਛੱਡੋ ਪਰੇ ਕੀ ਹੀ ਕੇਸ ਕਰੋਗੇ ਇਹ ਤੇ, ਇਹਨੂੰ ਅਸੀਂ ਆਪਦੇ ਨਾਲ ਲੈ ਜਾਂਦੇ ਹਾਂ ਫਿਰ ਦੇਖ ਲਾਂਗੇ। ਉਹਨੂੰ ਨਾਲ ਲੈ ਕੇ ਮੈਂ 2 ਦਿਨਾਂ ਬਾਅਦ ਦੇਖਦਾ ਉਹ ਸੜਕ ਤੇ ਉਵੇਂ ਨੱਚਦਾ ਫਿਰਦਾ ਹੁੰਦਾ, ਉਹੀ ਬੰਦਾ। ਇੰਨਾ ਮਾੜਾ ਹਾਲ ਹੈ ਪੁਲਿਸ ਦਾ। ਕੋਈ ਰੇਪ ਕੇਸ ਹੋ ਜਾਂਦੇ ਆ, ਕੁਛ ਗਲਤ ਕੇਸ ਹੋ ਜਾਂਦੇ, ਤਾਂ ਚਲੋ ਬਹੁਤ ਛੋਟੀ ਗੱਲ ਸੀ ਐਕਸੀਡੈਂਟ ਦੀ, ਤਾਂ ਕੋਈ ਰੇਪ ਕੇਸ, ਕੁਛ ਗਲਤ ਕੇਸ ਹੋ ਜਾਂਦਾ, ਕੋਈ ਚੋਰੀ ਮਰਡਰ, ਕੋਈ ਜਿੰਨੀ ਲੁੱਟ ਖਸੁੱਟ, ਜਿੰਨਾ ਨਸ਼ਾ ਪੱਤਾ ਸਾਰਾ ਕੁਝ ਵਿਕਦਾ, ਉਹ ਸਾਰਾ ਇਹਨਾਂ ਦੇ ਥਰੂ ਚੱਲ ਰਿਹਾ, ਪੁਲਿਸ ਵਾਲਿਆਂ ਦੇ ਥਰੂ। ਇਹ ਸਮਗਲਰ ਨੇ ਉਹਦੇ। ਚੌਥਾ ਕੰਮ ਹੈ ਜੀ
ਜਿਵੇਂ ਹੁਣ ਜਿਹੜੇ ਬਿਰਧ ਆਸ਼ਰਮ ਨੇ ਆਪਣੇ ਇੱਥੇ, ਤਾਂ ਜਮੀ ਇਹ ਤਾਂ ਕੰਸੈਪਟ ਹੀ ਨਹੀਂ ਹੈਗੇ, ਤੁਹਾਨੂੰ ਸਮਝ ਹੀ ਨਹੀਂ ਆਉਂਦਾ ਨਾ ਵੀ ਫ੍ਰੀ ਚ ਖਾਣਾ ਕਿਉਂ ਦੇਣਾ। ਸਰਕਾਰ ਦਾ ਇਹੀ ਮਤਲਬ ਹੈ ਜੀ, ਵੀ ਇੱਕ ਬੈਲੈਂਸ ਬਣਾ ਕੇ ਰੱਖੇ। ਸਮਝ ਰਹੇ ਹੋ? ਆਪਾਂ ਕਰਨ ਨੂੰ ਤਾਂ ਆਪਾਂ ਵੀ ਦਾਨ ਕਰ ਸਕਦੇ ਹਾਂ, ਕਿਉਂ? ਆਪਾਂ ਕਿਸੇ ਸੰਸਥਾ 'ਚ ਜਾ ਕੇ 1000 ਰੁਪਇਆ ਦਾਨ ਕਰ ਦਈਏ, 2000 ਦਾਨ ਕਰ ਦਈਏ, ਉਦੋਂ ਆਪਾਂ ਉੱਥੇ ਕਰ ਦਈਏ ਦਾਨ। ਤਾਂ ਹੀ ਤਾਂ ਅੱਜ ਕੱਲ੍ਹ ਦਾ ਜਿਹੜਾ ਯੂਥ ਹੈ, ਜਾਂ ਜਿਹੜਾ ਨੌਜਵਾਨ ਹੈ, ਜਾਂ ਜਿਹੜੇ ਇਨਸਾਨ ਹੈ ਭਾਰਤ ਦਾ, ਉਹ ਟੈਕਸ ਭਰ ਕੇ ਰਾਜੀ ਨਹੀਂ ਹੈਗਾ। ਕਿਉਂ ਨਹੀਂ ਹੈਗਾ? ਕਿਉਂਕਿ ਉਹਨੂੰ ਦਿਖਦਾ ਵੀ ਆਸ-ਪਾਸ ਕੁਝ ਹੋ ਹੀ ਨਹੀਂ ਰਿਹਾ ਹੈਗਾ। ਇਹ ਸਰਕਾਰ ਦਾ ਫਰਜ਼ ਬਣਦਾ ਹੈ ਵੀ ਜਿਹੜੇ ਬੁੜੇ ਹੋ ਚੁੱਕੇ ਨੇ, ਜਾਂ ਜਿਨ੍ਹਾਂ ਦੇ ਅੰਗਹੀਨ ਨੇ, ਜਾਂ ਜਿਨ੍ਹਾਂ ਕੋਲੇ ਉਹਨਾਂ ਕੰਮ ਕਰਨ ਦਾ ਸਾਧਨ ਨਹੀਂ ਹੈਗਾ, ਉਹ ਉਹਨਾਂ ਦੀ ਹੈਲਪ ਕਰੇ। ਪਰ ਨਹੀਂ ਜੀ, ਇਹ ਤਾਂ ਸੋਚਣਾ ਹੀ ਨਹੀਂ ਹੈਗਾ। ਆਪਾਂ ਤਾਂ ਜੀ ਆਪਦੇ ਪੈਸੇ ਵੱਢਣ ਆਏ ਆ, ਪੈਸੇ ਹੀ ਵੱਢ ਕੇ ਚਲੇ ਜਾਣਾ। ਇਹ ਜਿਹੜਾ ਮਾਈਂਡ ਸੈਟ ਹੈ ਨਾ ਇਹਨਾਂ ਦਾ ਬਣ ਚੁੱਕਾ, ਕਿਉਂਕਿ ਸਿੰਪਲ ਜੀ ਗੱਲ ਹੈ, ਇਹ ਦੋ ਹੀ ਸਰਕਾਰਾਂ ਰਹੀਆਂ ਨੇ, ਇਹ 'ਚ ਕੋਈ ਦੋ ਗੱਲਾਂ ਨਹੀਂ ਹੈਗੀਆਂ। ਅਕਾਲੀ ਰਹੇ ਨੇ, ਆਪਣੀ ਕਾਂਗਰਸ ਰਹੇ ਨੇ, ਹੋਰ ਆਪਣੀ ਤੀਜੀ ਬੀਜੇਪੀ ਨੂੰ ਕਦੇ ਵੜਨ ਨਹੀਂ ਦਿੱਤਾ, ਹੁਣ ਬੀਜੇਪੀ ਵੀ ਵੜ ਰਹੀ ਹੈ। ਠੀਕ ਹੈ ਨਾ? ਪਰ ਜਿਹੜੀ ਗੱਲ ਹੈ, ਜਿਹੜਾ ਬੰਦਾ, ਜਿਹੜਾ ਵੋਟਰ ਹੈ, ਉਹਨੇ ਸਿਰਫ ਇਹਨਾਂ ਤਿੰਨਾਂ ਚਾਰੇ ਚੀਜ਼ਾਂ ਬਾਰੇ ਹੀ ਸੋਚਣਾ ਹੈ ਵੀ ਕਿਹੜੀ ਸਰਕਾਰ ਹੈ ਜਿਹੜੀ ਇਹ ਮੈਨੂੰ ਚਾਰ ਚੀਜ਼ਾਂ ਜ਼ਰੂਰੀ ਦੇ ਸਕਦੀ ਹੈ। ਟੈਕਸ ਆਪਾਂ ਭਰ ਦਾਂਗੇ, ਆਪਾਂ ਬਹੁਤ ਇਮਾਨਦਾਰ, ਆਪਣੇ ਜਿਹੜੇ ਆਪਾਂ ਲੋਕ ਆ ਨਾ, ਆਪਾਂ ਭਗਵਾਨ 'ਚ ਇਸੇ ਕਰਕੇ ਵਿਸ਼ਵਾਸ ਕਰਦੇ ਹਾਂ ਕਿਉਂਕਿ ਆਪਾਂ ਨੂੰ ਪਤਾ ਵੀ ਹੇ ਭਗਵਾਨ ਜਿਹੜਾ ਵੀ ਆਪਾਂ ਕਰਮ ਕਰਦੇ ਹਾਂ ਉਹਦਾ ਧਿਆਨ ਰੱਖਦਾ ਹੈ। ਪਰ ਇਸ ਚੀਜ਼ਾਂ ਵੱਲ ਜਦੋਂ ਪੈਸਾ ਵੜ ਜਾਂਦਾ ਨਾ ਦਿਮਾਗ 'ਚ, ਉਦੋਂ ਉਹ ਚੀਜ਼ਾਂ ਸੋਚਣਾ ਬੰਦ ਕਰ ਦਿੰਦੇ ਨੇ। ਤਾਂ ਜਿਹੜੀ ਵੀ ਸਰਕਾਰ ਆਪਾਂ ਨੂੰ ਇਹ ਚਾਰ ਚੀਜ਼ਾਂ ਦੇ ਪਾ ਰਹੀ ਹੈ, ਬਸ ਉਹ ਤੇ ਚੁੱਪ ਕਰਕੇ ਅੱਖਾਂ ਬੰਦ ਕਰਕੇ ਠੱਪਾ ਲਾ ਦਿਓ, ਹੋਰ ਕੁਝ ਸੋਚਣ ਦੀ ਲੋੜ ਨਹੀਂ। ਜਿਹੜਾ ਤੁਹਾਨੂੰ ਲੱਗਦਾ ਇਹ ਚਾਰੇ ਚੀਜ਼ਾਂ ਸਾਰਿਆਂ ਨੂੰ ਮਿਲਣਗੀਆਂ ਬਿਨਾਂ ਕਿਸੇ ਜਾਤ ਭੇਦਭਾਵ ਦੇ ਆਧਾਰ ਤੇ, ਇਹ ਕਿਸੇ ਦੀ ਇਨਕਮ ਘੱਟ ਹੈ, ਕਿਸੇ ਦੀ ਵੱਧ ਹੈ, ਸਾਰੇ ਹੀ ਇੱਕ ਬਰਾਬਰ ਹੁੰਦੇ ਨੇ ਸਰਕਾਰ ਦੀ ਨਜ਼ਰਾਂ 'ਚ। ਕੋਈ ਉੱਪਰ ਨੀਚੇ ਵੱਡਾ ਛੋਟਾ ਨਹੀਂ ਹੁੰਦਾ। ਬਹੁਤ ਬਹੁਤ ਪੁਰਾਣੀਆਂ ਗੱਲਾਂ ਨੇ, ਜਿਹੜੀਆਂ ਗੱਲਾਂ ਉਹ ਅੱਜ ਤੱਕ ਖਿੱਚੀਆਂ ਜ਼ਰੂਰ ਜਾ ਰਹੀਆਂ ਨੇ, ਉਹ ਵੀ ਵੋਟ ਬੈਂਕ ਦੇ ਨਾਮ ਤੇ। ਉਹਨਾਂ ਦਾ ਵੀ ਕੋਈ ਖਾਸ ਫਾਇਦਾ ਕੀਤਾ ਨਹੀਂ ਜਾ ਰਿਹਾ ਸਰਕਾਰ ਵੱਲੋਂ। ਐਜੂਕੇਸ਼ਨ, ਤੁਹਾਡੀ ਪੜ੍ਹਾਈ ਲਿਖਾਈ ਬੱਚਿਆਂ ਦੀ, ਹੈਲਥ ਕੇਅਰ, ਤੁਹਾਡੀ ਸਿਹਤ ਦਾ ਧਿਆਨ। ਤੀਜਾ ਸਿਕਿਉਰਿਟੀ, ਪੁਲਿਸ, ਜਿਹੜਾ ਸਾਰਾ ਪੁਲਿਸ ਡਿਪਾਰਟਮੈਂਟ ਆ ਉਹ ਸਹੀ ਕਰਨ ਵਾਲੇ ਵਾਲੀ ਪੰਜਾਬ ਪੁਲਿਸ ਹੈ, ਜਿਹੜੀ ਪੂਰੇ ਭਾਰਤ 'ਚ, ਪੂਰੀ ਦੁਨੀਆ 'ਚ ਸਭ ਤੋਂ ਵੱਧ ਕਰਪਟ ਹੈ। ਚੌਥਾ ਖਾਣਾ, ਲੋਕਾਂ ਲਈ, ਗਰੀਬ ਲੋਕਾਂ ਲਈ ਹੈ, ਜਿਹੜੇ ਬੂढ़े ਲੋਕ ਹੋ ਚੁੱਕੇ ਨੇ, ਜਿਨ੍ਹਾਂ ਦੇ ਹੱਥ ਪੈਰ ਹੁਣ ਢੰਗ ਨਾਲ ਕੰਮ ਨਹੀਂ ਕਰਦੇ, ਉਹਨਾਂ ਵਾਸਤੇ ਬਿਰਧ ਆਸ਼ਰਮ ਵਗੈਰਾ ਸਹੀ ਤਰੀਕੇ ਨਾਲ ਖੋਲਣ, ਆਂਗਣਵਾੜੀ ਸਹੀ ਤਰੀਕੇ ਨਾਲ ਚੱਲਣ, ਮਿਡ ਡੇ ਮੀਲ ਨੇ ਜਿਹੜੇ ਬੱਚਿਆਂ ਵਾਸਤੇ, ਜਦੋਂ ਸਹੀ ਤਰੀਕੇ ਨਾਲ ਚੱਲੇ, ਉੱਥੇ ਖਾਣਾ ਸਹੀ ਤਰੀਕੇ ਨਾਲ ਜਾਵੇ। ਜਿਹੜੇ ਗਰੀਬ ਲੋਕ ਨੇ, ਜਿਹੜੇ ਕਿ ਬਹੁਤ ਜ਼ਿਆਦਾ, ਜਿਨ੍ਹਾਂ ਦੀ ਦਿਨ ਦੀ ਰੁਜ਼ਗਾਰ ਨਹੀਂ ਹੁੰਦੀ, ਉਹਨਾਂ ਤੱਕ ਵਧੀਆ ਤਰੀਕੇ ਦਾ ਕੁਆਲਿਟੀ ਖਾਣਾ ਸਹੀ ਟਾਈਮ ਤੇ ਸਹੀ ਤਰੀਕੇ ਨਾਲ ਪਹੁੰਚੇ। ਇਹ ਸਰਕਾਰ ਦੇ ਕੰਮ ਨੇ, ਬਸ ਇੰਨੇ ਕੁ, ਜਿਹੜੇ ਕਿ ਸਰਕਾਰ ਨੂੰ 80 ਸਾਲਾਂ 'ਚ, 100 ਸਾਲਾਂ 'ਚ ਸਮਝ ਨਹੀਂ ਆਏ ਹੈਗੇ। ਹਜੇ ਤੱਕ 75 ਸਾਲ ਹੋ ਚੁੱਕੇ ਨੇ ਆਪਣੀ ਆਜ਼ਾਦੀ ਨੂੰ। ਜੇ ਆਪਾਂ ਅੱਗੇ ਚੱਲੀਏ ਉਸ ਤੋਂ ਬਾਅਦ, ਫੇਰ ਜੀ ਆ ਜਾਂਦੇ ਆਪਾਂ, ਕਿਉਂ? ਆਪਾਂ ਸਾਰੇ 5 ਸਾਲ ਕੰਮ ਤਾਂ ਕਰਦੇ ਨਹੀਂ ਆਪਾਂ। ਹੁਣ ਆਪਾਂ ਕੀ ਕਰਨਾ ਹੈ? ਨਾ ਆਪਾਂ ਕਿਸੇ ਨੂੰ ਸ਼ਕਲ ਦਿਖਾਈ, ਆਪਾਂ ਤਾਂ ਟੂਰਾਂ ਤੇ ਗਏ, ਆਪਾਂ ਤਾਂ ਘੁੰਮੇ, ਆਪਾਂ ਤਾਂ ਪੈਸੇ ਉਡਾਏ ਆ, ਪੈਸੇ ਦੱਬੇ ਆ, ਹੋਰ ਤਾਂ ਕੁਝ ਕੀਤਾ ਹੀ ਨਹੀਂ ਆਪਾਂ ਕੰਮ ਦੇ ਨਾਮ ਤੇ। ਫੇਰ ਆਪਾਂ ਆ ਜਾਂਦੇ ਹਾਂ ਇਹਨਾਂ ਚੀਜ਼ਾਂ ਤੇ, ਜਿਹੜੀਆਂ ਕਿ ਬਚਦੇ ਨੇ ਪੈਸੇ। 100 ਰੁਪਇਆ ਦੇ ਦਿਓ ਜੀ, ਇੱਥੇ 1000 ਰੁਪਇਆ ਦੇ ਦਿਓ ਜੀ, ਆਪਾਂ 20,000 ਸੀਟ। ਕੋਈ ਕਿਸੇ ਤੋਂ ਸੁਣਨ ਚ ਆਇਆ ਅੱਜ ਮੈਨੂੰ, ਕਹਿੰਦੇ 30,000 ਤਾਂ ਹੀ ਸਾਡੇ ਕੋਲ ਸੀਟ ਹੈਗੀ ਹੈ, 20,000 ਆਪਾਂ ਹੋਰ ਖਰੀਦਣੀ ਆ ਪੱਕੀ। ਤੇ 20,000 ਦੇ ਪੈਸੇ ਕਿੰਨੇ ਲਾਣੇ? 2-2 ਹਜ਼ਾਰ, 4-4 ਹਜ਼ਾਰ ਦੇ ਦਿਓ, ਕੋਈ ਨਹੀਂ, 2-3 ਕਰੋੜ ਰੁਪਇਆ ਲੱਗ ਜੂ, ਕੋਈ ਗੱਲ ਨਹੀਂ। ਆਪਾਂ ਤਾਂ 3-4 ਹਜ਼ਾਰ ਕਰੋੜ ਦੇ ਛਾਪੇ ਮਾਰਨੇ ਨੇ ਅੱਗੇ। 2-3 ਕਰੋੜ ਨਾਲ ਕੀ ਹੁੰਦਾ? ਇਹ ਤਾਂ ਉਹ ਹੈ ਵੀ ਭਾਈ ਲੋਟਰੀ ਹੈ, ਵੀ ਭਰ ਦੋ। ਤੇ ਪਰ ਇਹ ਇਹੋ ਜਿਹੀ ਲੋਟਰੀ ਹੈ ਜਿਹੜੀ ਇਹਨਾਂ ਨੂੰ ਨਿਕਲਣੀ, ਇਹਨਾਂ ਨੂੰ ਪਤਾ ਹੈ। ਹਿਸਾਬ ਲਾ ਕੇ ਚੱਲਦੇ ਨਾ ਵੀ ਇੰਨੀਆਂ ਵੋਟਾਂ ਤਾਂ ਸਾਡੀਆਂ ਹੈਗੀਆਂ ਹੀ ਆ, ਉਹ ਵੀ ਖਰੀਦੇ ਹੋਏ ਨੇ ਇੱਕ ਹਿਸਾਬ ਨਾਲ। ਕਿਸੇ ਦਾ ਕੁਝ ਫਾਇਦਾ ਕੀਤਾ, ਕਦੇ ਕਿਸੇ ਦਾ ਕੁਝ ਫਾਇਦਾ ਕੀਤਾ। ਚੱਕਰ ਆਇਆ ਵੀ ਆਪਾਂ ਨੂੰ ਐਂ ਸਮਝ ਲੈਣ ਵੀ ਆਪਣਾ ਫਾਇਦਾ ਕੀਤਾ। ਆਪਾਂ ਇਹ ਨਹੀਂ ਸਮਝਦੇ ਵੀ ਉਹਨਾਂ ਦਾ ਕੰਮ ਹੈ, ਇਹ ਉਹਨਾਂ ਦਾ ਧਰਮ ਹੈ। ਦੂਜਾ ਇਹਨੇ ਪਰਸਨਲ ਰਿਲੇਸ਼ਨਸ਼ਿਪਸ ਵਗੈਰਾ ਤੇ, ਵੀ ਇਹ ਮੇਰੇ ਚਾਚੇ ਦਾ ਮੁੰਡਾ ਜੀ, ਇਹ ਸਾਡਾ ਗਵਾਂਢੀ ਹੈ ਜੀ, ਇਹ ਸਾਡੇ ਤਾਏ ਦਾ ਮੁੰਡਾ ਜੀ। ਇਹ ਕੋਈ ਤਰੀਕਾ ਹੈ ਯਾਰ? ਇਹ ਕੋਈ ਤਰੀਕਾ ਹੈ? ਹੂੰ, ਇਲੈਕਸ਼ਨ ਹੈ ਯਾਰ। ਉਹ ਤੁਹਾਡੇ ਚਾਚੇ ਦਾ ਮੁੰਡਾ ਇਕੱਲੇ ਤੁਹਾਨੂੰ ਤਾਂ ਦੇਖੂਗਾ ਨਹੀਂ, ਤੁਹਾਡੇ ਪੂਰੇ ਇਲਾਕੇ ਨੂੰ ਦੇਖੂਗਾ। ਤੁਹਾਨੂੰ ਪਤਾ ਨਹੀਂ ਉਹ ਕੱਲ ਨੂੰ ਲੱਤ ਮਾਰ ਕੇ ਕੱਢ ਦੇ ਘਰੋਂ, ਬਾਕੀ ਤੁਹਾਡੇ ਇਲਾਕੇ ਦਾ ਕੀ ਬਣੂ ਭਾਈ? ਕੋਈ ਪਤਾ ਨਹੀਂ ਨਾ, ਇਨਸਾਨ ਦਾ ਕੋਈ ਦੀਨ-ਮਾਨ ਥੋੜਾ ਇਸ ਮਾਮਲੇ 'ਚ। ਇਹੋ ਜਿਹਾ ਜਿਹੜੇ ਅੱਜ ਤੁਹਾਨੂੰ ਪੈਸੇ ਵਾਸਤੇ, ਪੈਸੇ ਨਾਲ ਖਰੀਦਣ ਦੀ ਕੋਸ਼ਿਸ਼ ਕਰ ਸਕਦੇ ਨੇ, ਉਹ ਕੱਲ ਨੂੰ ਤੁਹਾਡਾ ਪੈਸਾ ਖਾ ਵੀ ਸਕਦੇ ਨੇ। ਇਮਾਨ ਦੀ ਗੱਲ ਹੈ ਨਾ ਇਹ ਤਾਂ। ਜਿਵੇਂ ਹੁਣ ਨਹੀਂ, ਫਿਰ ਇੱਕ ਤੀਜਾ ਚਲਾ ਰੱਖਿਆ, ਇਹ ਤਾਂ ਬਹੁਤ ਵਧੀਆ। ਇਹ ਕੀ ਕਰਦੇ ਨੇ? 4 ਸਾਲ, 5 ਸਾਲ, 4.5 ਸਾਲ ਕੋਈ ਕੰਮ ਨਹੀਂ ਕਰਦੇ। ਜਿਵੇਂ ਹੁਣ ਇਹਨਾਂ ਸਾਲ ਨੇ ਕੀਤਾ, ਅਮਰਿੰਦਰ ਨੂੰ ਬਿਠਾਈ ਰੱਖਿਆ, ਅਮਰਿੰਦਰ ਸਿੰਘ ਜੀ ਬੈਠੇ ਰਹੇ ਆਪਣਾ, ਉਹਨਾਂ ਨੂੰ ਤੋੜਤਾ ਵੀ ਭਾਈ ਉਹ ਤਾਂ ਕੰਮ ਨਹੀਂ ਕਰਦੇ ਸੀ। ਹੁਣ ਅਸੀਂ ਚਰਨਜੀਤ ਸਿੰਘ ਚੰਨੀ ਲਿਆਂਦੇ, ਇਹ ਫੇਸ ਨੇ ਸਾਡਾ। ਉਹਨਾਂ ਨੇ ਕੀ ਕੀਤਾ? 2 ਸਾਈਕਲ ਗਏ ਨੇ ਹਜੇ ਤੱਕ ਸਿਰਫ ਬਿਜਲੀ ਦੇ ਬਿੱਲਾਂ ਦੇ, 2 ਸਾਈਕਲ ਗਿਣ ਕੇ। ਦੂਸਰਾ ਵੀ ਹਜੇ ਚੱਲ ਰਿਹਾ ਹੈ, 1 ਸਾਈਕਲ ਗਿਆ ਜਿਹੜਾ ਆਪਾਂ ਇੱਕ ਬਿੱਲ ਭਰਿਆ, ਜਿਹਦੇ ਤੇ ਬਿੱਲ ਘੱਟ ਲੱਗ ਗਿਆ ਹੈ। ਇਹੀ ਜੇ ਪਹਿਲੇ ਦਿਨ ਕਿਉਂ ਨਹੀਂ ਕੀਤਾ ਇਹੀ ਅਨਾਉਂਸਮੈਂਟ? ਹੂੰ,
ਦੂਜਾ ਉਹਨਾਂ ਨੂੰ ਵੀ ਪੱਕੇ ਕਰਤਾ ਜੀ, ਉਹਨਾਂ ਨੂੰ ਵੀ ਪੱਕੇ ਕਰਤਾ ਜੀ। ਅੱਜ ਉੱਥੇ ਉਸ ਪੁਲ ਤੇ ਇੰਨੇ ਪੈਸੇ ਦੇਤੇ ਜੀ, ਉਸ ਪੁਲ ਤੇ ਇੰਨੇ ਪੈਸੇ ਦੇਤੇ, ਥਾਂ ਥਾਂ ਤੇ ਜਾ ਕੇ ਅੱਜ ਇੱਥੇ ਪੈਸੇ ਦੇਤੇ, ਉੱਥੇ ਪੈਸੇ। ਇਹ ਸਾਰਾ ਨਾ, ਇਹ ਸਾਰੀਆਂ ਜਿਵੇਂ ਆਪਾਂ ਚੋਗਾ ਪਾਉਂਦੇ ਆ ਨਾ ਚਿੜੀਆਂ ਨੂੰ, ਜਿਵੇਂ ਜਿਵੇਂ ਚੋਗਾ ਪਾਈ ਜਾਵਾਂਗੇ ਉਵੇਂ ਉਵੇਂ ਮਗਰ ਮਗਰ ਆਈ ਜਾਣਗੀਆਂ, ਉਹ ਹਿਸਾਬ ਹੈ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ, 20 ਤਰੀਕ ਟੱਪਣ ਦੋ, ਹੂੰ, 20 ਤਰੀਕ ਟੱਪਣ ਤੋਂ ਇਹਨਾਂ ਨੇ ਉਹਦੀ ਰੇਟ ਘਰਾ ਦੇਣਾ, ਜਿੱਦਾਂ ਜਿੱਦਾਂ ਇਹਨਾਂ ਦੀ ਸਰਕਾਰ ਆ ਗਈ ਦੁਬਾਰੇ ਵਾਪਸ ਐਕਸ਼ਨ 'ਚ, ਉਹਦੀ ਚੱਕ ਦੇਣਾ ਵਾਪਸ, ਉਹਨਾਂ ਦੁੱਗਣਾ ਕਰ ਦੇਣਗੇ। ਕੀ ਕਰ ਲਾਂਗੇ ਆਪਾਂ, ਕਿੰਨੇ ਕੁ ਧਰਨੇ ਲਾ ਲਾਂਗੇ ਆਪਾਂ ਆਪਦੀ ਸਰਕਾਰ ਦੇ ਵਿਰੁੱਧ? ਆਪਾਂ ਤਾਂ ਆਪਦੀ ਰੋਜੀ ਕਮਾਣੀ ਹੈ ਨਾ। ਇਸੇ ਚੀਜ਼ ਦਾ ਧਿਆਨ ਆਪਾਂ ਹੁਣ ਕਰਨਾ ਚਾਹੀਦਾ। ਮੈਨੀਫੈਸਟੋ ਦੇਖ ਲਓ ਤੁਸੀਂ, ਮੈਂ ਇਸ ਗੱਲ ਦੇ ਬਿਲਕੁਲ ਖਿਲਾਫ। ਤੁਸੀਂ ਜਿਹੜੀ ਮਰਜ਼ੀ ਪਾਰਟੀ ਨੂੰ ਵੋਟ ਪਾਓ, ਕਿਸੇ ਜਿਹੜੀ ਮਰਜ਼ੀ ਪਾਰਟੀ ਨੂੰ, ਪਰ ਜਿਹੜੀ ਪਾਰਟੀ ਜਿੱਤੀ ਹੋਈ ਹੈ ਰੂਲਿੰਗ ਪਾਰਟੀ, ਉਹਨੂੰ ਵਾਪਸ ਜਿਤਾਉਣ ਦਾ ਕੋਈ ਹੱਕ ਨਹੀਂ ਹੈਗਾ ਜਦੋਂ ਆਪਣੇ ਕੋਲੇ 5 ਪਾਰਟੀਆਂ ਤਿਆਰ ਖੜੀਆਂ ਨੇ ਉਸੇ ਸੀਟ ਵਾਸਤੇ। ਕਿਉਂਕਿ ਜਿਹੜੀ ਪਾਰਟੀ ਜਿੱਤੀ ਹੋਈ ਉਹਨੇ 5 ਸਾਲ ਤੁਹਾਡੇ ਹੁਣੀ ਕੱਢੇ ਨੇ। ਜੇ ਬਾਹਲੀ ਸਵਰਗ ਵਾਲੇ ਕੱਢਣੇ ਤਾਂ ਮੈਨੂੰ ਦੱਸ ਦਿਓ, ਮੈਂ ਹੁਣ ਤੁਹਾਡੇ ਨਾਲ ਕਾਂਗਰਸ ਨੂੰ ਜਾ ਕੇ ਵੋਟ ਪਾਉਂਗਾ। ਕਾਂਗਰਸ ਨੂੰ ਛੱਡ ਕੇ ਜਿਹਨੂੰ ਮਰਜ਼ੀ ਵੋਟ ਪਾਓ ਤੁਸੀਂ, ਜਿਹਨੂੰ ਤੁਹਾਡਾ ਜੀ ਕਰਦਾ। ਰੂਲਿੰਗ ਪਾਰਟੀ ਵਾਪਸ ਨਹੀਂ ਆਣੀ ਚਾਹੀਦੀ। ਕੀ ਹੁੰਦਾ ਹੈ ਕਾਰਨ, ਦੱਸਦਾ ਮੈਂ ਇਹਦਾ ਕਿਉਂ ਕਹਿ ਰਿਹਾ। ਮੈਂ ਇਹ ਮੌਕਾ ਹੁੰਦਾ ਜੀ ਇੱਕ, ਆਪਾਂ ਅੱਜ ਉਹਨੂੰ ਮੌਕਾ ਦੇ ਚੁੱਕੇ ਹਾਂ। 5 ਸਾਲ ਛੇਤੀ ਛੇਤੀ ਤਾਂ ਗੁਜ਼ਰਦੇ ਨਹੀਂ। ਆਪਣੇ ਵਰਗਿਆਂ ਦੀ ਤਾਂ, ਕਈਆਂ ਦੀ ਤਾਂ ਜੇ 4 ਪਾਰਟੀਆਂ ਬਦਲੀਆਂ ਆਪਣੇ ਦੀ ਤਾਂ ਉਮਰ ਟੱਪ ਜਾਂਦੀ ਹੈ। ਸਮਝ ਰਹੇ ਹੋ? ਜੇ ਆਪਣੀਆਂ 5 ਪਾਰਟੀਆਂ ਨੇ ਤਾਂ 25 ਸਾਲ ਤਾਂ ਸਿੱਧੇ ਹੋ ਗਏ, ਜੇ ਆਪਾਂ ਇੱਕ ਇੱਕ ਨੂੰ ਵੀ 5-5 ਸਾਲ ਦੇਵਾਂਗੇ। ਤੇ ਇਹ ਦੇਣਾ ਜ਼ਰੂਰੀ ਹੈ, ਤਾਂ ਹੀ ਪਤਾ ਲੱਗੂਗਾ ਦੋ ਸਰਕਾਰਾਂ 'ਚ ਫਰਕ ਕੀ ਹੈ। ਨਹੀਂ ਕਿਵੇਂ ਪਤਾ ਲੱਗੂਗਾ, ਮੈਨੂੰ ਤੁਸੀਂ ਦੱਸ ਦਿਓ। ਦੂਜੀ ਗੱਲ ਹੈ ਹੰਕਾਰ ਭੰਨਣਾ। ਜਿਹੜੇ ਇੱਕ ਵਾਰੀ ਜਿਹਨੂੰ ਸੀਟ ਮਿਲ ਜਾਂਦੀ ਹੈ ਨਾ, ਉਹਦਾ ਮਾਣ ਤੇ ਉਹਨੂੰ ਹੰਕਾਰ ਜਿਹੜਾ ਨਾ, ਉਹ ਖੋਰ ਹੀ ਥਾਂ ਤੇ ਪਹੁੰਚ ਜਾਂਦਾ ਆਪਣੇ। ਉਹਨੂੰ ਡਰ ਹੋਣਾ ਚਾਹੀਦਾ ਤੇ ਉਹਨੂੰ ਇਹ ਪਤਾ ਹੋਣਾ ਚਾਹੀਦਾ ਵੀ 5 ਸਾਲ ਬਾਅਦ ਮੇਰੀ ਸਰਕਾਰ ਨਹੀਂ ਰਹਿਣੀ। ਜਿੰਨੇ ਕੰਮ ਕਰਨੇ ਨੇ ਮੈਂ ਲੋਕਾਂ ਦੇ ਹੁਣ ਕਰ ਲਾਂ ਤੇ ਹੁਣ ਇੱਜ਼ਤ ਖੱਟ ਲਾਂ, ਕਿਉਂਕਿ ਉਹਨੂੰ ਇਹ ਗੱਲ ਪੱਕਾ ਪਤਾ ਵੀ ਅਗਲੀ ਵਾਰ ਮੇਰੀ ਸਰਕਾਰ ਨਹੀਂ ਆਉਣ ਦੇਣੀ ਲੋਕਾਂ ਨੇ ਜੇ ਮੈਂ ਕੰਮ ਨਾ ਕੀਤੇ। ਇਹ ਡਰ ਬੈਠਣਾ ਚਾਹੀਦਾ ਮਨ 'ਚ। ਤਾਂ ਹੀ ਮੈਂ ਕਹਿ ਰਿਹਾ ਵੀ ਆਪਦਾ ਪੂਰਾ ਜ਼ੋਰ ਲਾ ਦਿਓ ਵੀ ਜਿਹੜੀ ਸਰਕਾਰ ਜਿੱਤੀ ਹੋਈ ਉਹਨੂੰ ਨਹੀਂ ਜਿੱਤਣ ਦੇਣਾ ਦੁਬਾਰੇ। ਕਾਂਗਰਸ ਕੁੰਗਰਸ ਦੀ ਗੱਲ ਨਹੀਂ ਕਰਦਾ। ਜੇ ਕੱਲ੍ਹ ਨੂੰ ਆਮ ਆਦਮੀ ਪਾਰਟੀ ਜਿੱਤਦੀ ਹੈ, ਬਾਦਲ ਜਿੱਤਦੇ ਨੇ, ਕੋਈ ਵੀ ਜਿੱਤਦਾ, ਚਾਹੇ ਕਿਸਾਨ ਮੋਰਚਾ ਜਿੱਤਦਾ, ਇੱਕ ਵਾਰੀ ਜਿਤਾਓ ਪਰ ਦੂਜੀ ਵਾਰ ਉਹਨਾਂ ਨੂੰ ਵਾਪਸ ਨਾ ਆਉਣ ਦਿਓ ਜੋ ਉਹਨਾਂ ਨੇ ਜਮਾਂ ਕੰਮ ਨਹੀਂ ਕੀਤਾ ਹੈਗਾ। ਹੁਣ ਤੁਸੀਂ ਮੈਨੀਫੈਸਟੋ ਦੇਖ ਲਓ 2017 ਦਾ, ਕਾਂਗਰਸ ਪਾਰਟੀ ਦਾ ਹੀ, ਜਿਹਨੂੰ ਆਪਾਂ ਜਿਤਾਇਆ ਸੀ 2017 ਚ। ਡਰੱਗ ਸਪਲਾਈ, ਡਿਸਟਰੀਬਿਊਸ਼ਨ, ਕੰਜ਼ੰਪਸ਼ਨ, ਪਹਿਲੇ 4 ਹਫ਼ਤਿਆਂ ਚ ਕਹਿੰਦੇ ਬੰਦ ਕਰ ਦਾਂਗੇ ਡਰੱਗਸ। ਮੈਂ ਤੁਹਾਨੂੰ ਦੱਸਦਾ, ਜਿੰਨਾ ਇਹ ਆਪ ਅੱਜ ਅੱਜ ਦੇ ਟਾਈਮ 'ਚ ਜਿੰਨਾ ਨਸ਼ਾ ਇਹ ਵੇਚ ਰਹੇ ਨੇ, ਜਿੰਨਾ ਚਰਸ ਗਾਂਜਾ ਸਾਰਾ ਕੁਝ ਇਹਨਾਂ ਨੇ ਅੱਜ ਦੇ ਦਿਨਾਂ 'ਚ ਹੀ ਚਲਾ ਰੱਖਿਆ, ਪਿਛਲੇ 20 ਦਿਨਾਂ 'ਚ, ਪਿਛਲੇ 1 ਮਹੀਨੇ 1.5 ਮਹੀਨੇ 'ਚ। ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਨੂੰ ਆਹ ਗੱਲ ਕਹਿੰਦੇ ਹੋਏ ਵੀ ਭਾਈ ਪਹਿਲੇ 4 ਵੀਕ 'ਚ ਖਤਮ ਕਰ ਦਾਂਗੇ। ਸਮਝ ਰਹੇ ਹੋ? ਇਹਨਾਂ ਦੀ ਤਾਂ ਰੋਜੀ ਬੰਦ ਹੋ ਜੂ, ਇਹਨਾਂ ਦੀ ਤਾਂ ਘਰ ਉਹ ਬੰਦ ਹੋ ਜਾਣਗੀਆਂ ਦੁਕਾਨਾਂ ਇਸ ਮਾਮਲੇ ਜਿਨ੍ਹਾਂ ਨੇ ਖਤਮ ਕਰਤੇ ਡਰੱਗ ਸਪਲਾਈ। ਦੂਜਾ ਦੇਖ ਲਓ, ਘਰ ਘਰ ਰੋਜ਼ਗਾਰ ਹੋਊਗਾ ਜੀ। ਮੈਨੂੰ ਦੱਸ ਦਿਓ, ਮੈਨੂੰ ਦੱਸ ਦਿਓ। ਮੈਨੂੰ ਤਾਂ ਲੱਗਦਾ ਪਹਿਲੀ ਗੱਲ ਤਾਂ ਮੈਂ ਆਪ ਹੀ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਦੱਸਾਂ, ਮੈਂ ਬੇਰੁਜ਼ਗਾਰ ਹਾਂ। ਠੀਕ ਹੈ, ਮੈਨੂੰ ਤੁਸੀਂ ਐਂ ਦੱਸ ਦਿਓ ਵੀ ਕਿਹੜੇ ਘਰ 'ਚ ਇਹੋ ਜਿਹਾ ਇੱਕ ਮੁੰਡਾ ਨਹੀਂ ਹੈਗਾ ਜਿਹੜਾ ਬੇਰੁਜ਼ਗਾਰ ਨਾ ਹੋਵੇ। ਸਾਰੇ ਮੁੰਡੇ ਕੰਮ ਕਰਦੇ ਹੁਣ। 100 ਚੋਂ ਸਿਰਫ 10 ਹੋਣਗੇ ਜਿੰਨਾ, ਜਿਹੜੇ ਇਹੋ ਜਿਹੇ ਕੇਸ ਨੇ ਇਹਨਾਂ ਦੇ ਘਰੇ ਹਰ ਇੱਕ ਬੰਦਾ ਕਰਦਾ ਹੋਊਗਾ। 90 ਹਜੇ ਵੀ ਇਹੋ ਜਿਹੇ ਨੇ ਜਿਨ੍ਹਾਂ ਦੇ ਘਰੇ ਰੁਜ਼ਗਾਰ ਨਹੀਂ ਹੈਗਾ। ਉਹ ਬਸ ਕਿਵੇਂ ਤਿਵੇਂ ਆਪਦੀ ਆਈ ਤਾਈ ਚਲਾਈ ਜਾਂਦੇ ਨੇ। ਮੋਬਾਈਲ ਲੈਪਟਾਪ ਹਰ ਘਰ 'ਚ, ਇਹ ਤਾਂ ਉਹੀ ਗੱਲ। ਇਹ ਤਾਂ ਮੈਨੂੰ ਲੱਗਦਾ ਹਰ ਕੀ ਤੁਸੀਂ 10 ਘਰਾਂ 'ਚ ਨਹੀਂ ਦਿੱਤਾ ਹੋਣਾ, ਗਿਣ ਕੇ 10 ਘਰਾਂ 'ਚ। ਹਰ ਘਰ ਤਾਂ ਬਹੁਤ ਦੂਰ ਦੀ ਗੱਲ ਹੈ। 3.5 ਕਰੋੜ ਦੀ ਆਬਾਦੀ ਆ ਆਪਣੇ ਪੰਜਾਬ ਦੀ, ਹਰ ਘਰ 'ਚ ਕਹਿੰਦੇ ਸੀ। ਟ੍ਰੇਡ, ਬਿਜ਼ਨਸ, ਇੰਡਸਟਰੀ ਲਈ ਕਾਰੋਬਾਰ ਦੀ ਆਜ਼ਾਦੀ, ਐਂਡ ਅਫੋਰਡੇਬਲ ਬਿਜਲੀ। ਇਹ ਤਾਂ ਵਪਾਰੀਆਂ ਨੂੰ ਪੁੱਛ ਲਓ, ਵਪਾਰੀ ਗਾਲਾਂ ਜ਼ਰੂਰ ਕੱਢ ਦੇਣਗੇ 2 ਬਰਾਬਰ ਤੋਲ ਕੇ ਵੀ ਭਾਈ ਤੁਸੀਂ ਦੇਖੋ। ਹੋਰ ਤਾਂ ਕੁਛ ਤਾਂ ਸਾਨੂੰ ਤੋਲਣਾ ਹੀ ਆਉਂਦਾ, ਨਰਮਾ ਤੋਲ ਕੇ ਚੜਾ ਦੇਈਦਾ, ਗਾਲਾਂ ਤੋਲ ਕੇ ਚੜਾ ਦਾਂਗੇ ਇਹਦੇ ਬਰਾਬਰ ਤਾਂ ਜੇ ਇਹੋ ਜਿਹੀ ਗੱਲ ਕਰੋਗੇ। ਬਿਜਲੀ, ਪਾਣੀ, ਸਫਾਈ ਸੁਰੱਖਿਆ ਦਾ ਆਪਾਂ ਨੂੰ ਪਤਾ ਹੀ ਹੈ ਕਿੰਨੀ ਕੁ ਹੈ, ਕਿੰਨੀ ਕੁ ਸਫਾਈ ਰੱਖਦੇ ਆ। ਆਹ ਮਿਊਨੀਸਿਪਲ ਕਮੇਟੀ ਵਾਲੇ ਆ ਬੈਠੇ ਰਹਿੰਦੇ ਨੇ ਚੜ ਕੇ ਕੁਰਸੀਆਂ ਤੇ, ਵਧੀਆ ਤੋੜਦੇ ਰਹਿੰਦੇ ਨੇ, ਤਨਖਾਹਾਂ ਆਉਂਦੀਆਂ ਰਹਿੰਦੀਆਂ, ਕੰਮ ਕਰੋ ਨਾ ਕਰੋ ਗੱਲ ਇੱਕੋ ਹੀ ਹੈ। ਇੱਕ ਆਹ ਜਿਹੜਾ ਕਰੈਕਟਰ ਹੈ ਨਾ ਸਰਕਾਰੀ ਮੁਲਾਜ਼ਮਾਂ ਦਾ, ਜਿਹੜਾ ਕਰੈਕਟਰ ਹੈ ਬੈਠੇ ਰਹਿਣਾ, ਕੰਮ ਨਾ ਕਰਨਾ, ਬਸ ਜਿਹੜੀ ਲੋਕ ਆਉਂਦੇ ਆ ਪਬਲਿਕ ਬੋਲ ਕੇ 4 ਵਾਰੀ ਬਹਿਸ ਹੋ ਜੇ, ਇਹ ਹੋ ਜੇ, ਉਹ ਹੋ ਜੇ, ਕੋਈ ਇੱਕ ਅੱਧਾ ਜਿਹੜਾ ਤਕੜਾ ਹੁੰਦਾ ਬਹਿਸ ਕਰਕੇ ਉਹਦਾ ਵੀ ਪਤਾ ਨਹੀਂ ਕੰਮ ਹੁੰਦਾ ਨਾ ਹੁੰਦਾ, ਬਾਕੀਆਂ ਨੂੰ ਤਾਂ ਉਹੀ ਤੋੜਦੇ ਰਹਿੰਦੇ ਆ। ਲੱਲੀ ਘੁਮਾ ਰੱਖੀ ਹੈ, ਲੱਲੀ ਛੱਲੀ ਬਣਾ ਰੱਖੀ ਹੈ ਵੀ ਆਹ ਕਰ ਲਓ, ਉਹ ਕਰ ਲਓ, ਆਹ ਕਰ ਲਓ, ਉਹ ਕਰ ਲਓ। ਵੂਮਨ ਐਮਪਾਵਰਮੈਂਟ, 33% ਰਿਜ਼ਰਵੇਸ਼ਨ ਆਫ ਵੂਮਨ ਇਨ ਜੌਬਸ। ਮੈਨੂੰ ਦੱਸ ਦਿਓ ਕਿਹੜੇ ਸੈਕਟਰ 'ਚ ਮੈਂ ਕੱਲ ਨੂੰ ਤੁਹਾਡੇ ਨਾਲ ਕਾਂਗਰਸ ਪਾਰਟੀ ਨੂੰ ਵੋਟ ਪਾ ਦੂੰਗਾ ਜਿੱਥੇ ਮੈਨੂੰ ਦਿਖਾ ਦਿਓ ਵੀ 33% ਰਿਜ਼ਰਵੇਸ਼ਨ ਹੈ। ਇਹਨਾਂ ਦੀਆਂ ਆਪਦੀਆਂ ਸੀਟਾਂ ਦੇਖ ਲਓ ਤੁਸੀਂ, ਕਿੰਨੀਆਂ ਸੀਟਾਂ ਦਿੱਤੀਆਂ। 117 ਚੋਂ ਸਿਰਫ 10 ਜਾਂ 11 ਸੀਟਾਂ ਸੀ ਇਹਨਾਂ ਦੀਆਂ ਫੀਮੇਲ ਕੈਂਡੀਡੇਟਸ ਨੂੰ। ਦੱਸ ਦਿਓ ਮੈਨੂੰ ਕਿੰਨੀ ਪਰਸੈਂਟੇਜ ਹੈ 117 ਚੋਂ? 8% ਬਣਦੀ ਹੈ ਸਾਰੀ।
33% ਦੀਆਂ ਗੱਲਾਂ ਕਰਦੇ ਨੇ। ਓਏ ਆਪਦੀ ਉਸ ਚ ਤਾਂ ਦੇਖ ਲਓ। ਉਹ ਕਹਿੰਦੇ ਨਾ ਦੀਵੇ ਦੇ ਥੱਲੇ ਹਨੇਰਾ। ਆਪਦਾ ਇਹਨਾਂ ਨੂੰ ਸਾਰਾ ਕੁਝ ਪਤਾ ਹੈ। ਮੈਨੀਫੈਸਟੋ ਭੁੱਲ ਜਾਂਦੇ ਨੇ। ਹੁਣ ਮੈਂ ਤੁਹਾਨੂੰ ਇਹਦਾ ਇਸ ਵਾਰ ਦਾ ਦਿਖਾਊਂਗਾ, ਪੜ੍ਹ ਲਿਓ, ਸਾਰਾ ਕੁਝ ਸੇਮ ਹੋਊਗਾ। ਫ੍ਰੀ ਹੈਲਥ ਸਰਵਿਸਿਜ਼ ਫॉर ਆਲ ਹਸਪੀਟਲ, ਆਲ ਇਨ ਗਵਰਨਮੈਂਟ ਹਸਪੀਟਲ। ਉਹ ਪਹਿਲਾਂ ਸਰਕਾਰੀ ਹਸਪਤਾਲ ਤਾਂ ਬਣਾ ਲਓ, ਸਰਵਿਸਿਜ਼ ਤਾਂ ਬਾਅਦ ਚ ਵੀ ਦੇ ਲਾਂਗੇ, ਫੇਰ ਹੀ ਦਿੱਤੀਆਂ ਜਾਣਗੀਆਂ। ਫॉर ਵੂਮੈਨ ਇਨ ਨੀਡ 1100 ਰੁਪਇਆ ਦੇਖ ਲਓ। ਇਹ ਸਾਰੇ ਕੇਜਰੀਵਾਲ ਤੋਂ ਸਿੱਖੇ ਹੋਏ ਨੇ। ਉਹਨੇ 1000 ਕਿਹਾ, ਇਹਨਾਂ ਨੇ 1100 ਕਿਹਾ, ਬਾਦਲ ਸਾਹਿਬ ਨੇ 2000 ਹੀ ਚੱਕਤਾ। ਉਹ ਕਹਿੰਦੇ ਵੀ ਚਲੋ ਜੀ ਜੈ ਮਾਤਾ ਦੀ, 8 ਸਿਲੰਡਰ ਪਰ ਈਅਰ ਫॉर ਫ੍ਰੀ। ਓਏ ਇਹੋ ਜਿਹੇ ਵਾਅਦੇ ਕਿਉਂ ਕਿਉਂ ਖੂਚਣਾਗਾ। ਸੀਐਮ ਫਸਟ ਸਾਈਨ ਫॉर 1 ਲੱਖ ਜੌਬਸ ਪਰ ਈਅਰ। 1 ਲੱਖ ਜੌਬਸ ਪਰ ਈਅਰ ਦਾ ਮਤਲਬ ਪਤਾ ਕੀ ਹੋ ਗਿਆ? 20,000 ਜੌਬਾਂ ਇਹ ਇੱਕ ਸਾਲ ਚ ਕੱਢਿਆ ਕਰਨਗੇ। ਨਹੀਂ ਸੌਰੀ, 1 ਲੱਖ ਜੌਬ ਇੱਕ ਸਾਲ। ਓ ਹੋਏ ਹੋਏ ਰੱਬਾ ਓਏ, 1 ਲੱਖ ਦਾ ਮਤਲਬ ਪਤਾ ਕੀ ਹੋਇਆ? ਸਮਝਦਾਰ ਬਣੋ, ਸਮਝਦਾਰ ਕਾਂਗਰਸ ਵਾਲਿਓ। ਅਨਪੜ੍ਹ ਉਹੀ ਗੱਲ ਨਾ, ਇਹ ਲੋਕਾਂ ਨੂੰ ਬੇਵਕੂਫ ਸਮਝਦੇ ਨੇ। ਵੀ ਕੁਛ ਹੀ ਲਿਖ ਦੋ, ਕੁਛ ਹੀ ਕਹਿ ਦੋ, ਲੋਕ ਮੰਨੇ ਨੇ ਵੀ 1 ਲੱਖ ਸਰਕਾਰਾਂ ਜੌਬਾਂ ਦੇਣ। ਮੈਨੂੰ ਐ ਤਾਂ ਦੱਸ ਦੋ ਪਿਛਲੇ 5 ਸਾਲਾਂ ਚ ਕੀ ਦੇਤਾ ਤੁਸੀਂ? ਐਜੂਕੇਸ਼ਨ ਸਪੋਰਟ ਫॉर ਗਰਲਜ਼ ਇਨ ਨੀਡ 5-5 ਹਜ਼ਾਰ, 10,000, ਇਹ ਕੁਛ ਨਹੀਂ ਦੇਣਾ ਇਹਨਾਂ ਨੇ। ਸਮਝ ਰਹੇ ਹੋ? ਵਾਧੂ ਦੇ ਛਿੱਕੇ ਨੇ ਮਾਰੀ ਜਾਂਦੇ ਬੈਠੇ। ਐਂਡ ਆਫ ਇੰਸਪੈਕਟਰ ਰਾਜ। 170 ਸਰਵਿਸਿਜ਼ ਆਨਲਾਈਨ। ਚਲੋ ਐਟਲੀਸਟ ਇਹ ਤਾਂ ਐਕਨੋਲੇਜ ਕਰਦੇ ਨੇ ਵੀ ਇੰਸਪੈਕਟਰਾਂ ਦਾ, ਪੁਲਿਸ ਦਾ ਬਾਹਲਾ ਗੰਦਾ ਰਾਜ ਚੱਲ ਰਿਹਾ। ਇੱਕ ਹੋਰ ਗੱਲ ਮੈਂ ਦੁਬਾਰੇ ਮੈਂਸ਼ਨ ਕਰਦਾ, ਪੁਲਿਸ ਦੇ ਸਾਰੇ ਮੁਲਾਜ਼ਮਾਂ ਨੂੰ ਜਮਾਂ ਗੰਦੀ ਮਛਲੀ ਨਹੀਂ ਕਹਿ ਰਿਹਾ ਮੈਂ, ਪਰ ਇੱਕ ਚੀਜ਼ ਤੁਸੀਂ ਵੀ ਜਾਣਦੇ ਹੋ ਵੀ ਜੇ 90 ਨੇ ਤਾਂ ਉਹਦੇ ਚੋਂ 80 ਤਾਂ ਇਹੋ ਜਿਹੇ ਹੀ ਨੇ। ਜਿਹੜੇ 10 ਚੱਜ ਦੇ ਨੇ ਵਿਚਾਰੇ, ਉਹਨਾਂ ਦਾ ਨਾਮ ਵੀ ਬਦਨਾਮ ਹੋ ਜਾਂਦਾ, ਕਿਉਂਕਿ ਤੁਸੀਂ ਸਮਝਦੇ ਹੋ ਵੀ ਜੇ ਇੱਕ ਘਰ 'ਚ ਇੱਕ ਚੰਗਾ ਬੰਦਾ, 3 ਮਾੜੇ ਨੇ, ਆਪਣਾ ਤਾਂ ਬਲਾ ਤਾਂ ਆਪਣੇ ਉੱਪਰ ਹੀ ਚੱਲਦਾ। ਜੇ ਇੱਕ ਵੀ ਮਾੜਾ 3 ਚੰਗੇ ਨੇ ਤਾਂ ਉਹ ਘਰ ਨੂੰ ਮਾੜਾ ਹੀ ਦੱਸਿਆ ਜਾਂਦਾ, ਪੂਰੀ ਫੈਮਿਲੀ ਨੂੰ ਹੀ ਵੀ ਇਹਨਾਂ ਦੀ ਫੈਮਿਲੀ ਹੀ ਮਾੜੀ ਹੈ। ਇੱਕ ਆਖਣ ਨੂੰ 2 ਸਿਆਣੇ। ਇਨਵੈਸਟਮੈਂਟ ਫੰਡ ਆਫ 1000 ਕਰੋੜ ਔਨ ਸਟਾਰਟਅਪ, ਇਹ ਸਭ ਬਸ ਵਿਹਲੀਆਂ ਗੱਲਾਂ ਨੇ। ਆਵਰੀ ਕੱਚਾ ਮਕਾਨ ਪੱਕਾ ਮਕਾਨ, ਇਹ ਸਾਰੇ ਬਸ ਮੋਦੀ ਦੇ ਇੱਥੇ ਸਿੱਖੇ ਹੋਏ ਟਾਂਟੇ ਨੇ। ਇਹਨਾਂ ਨੇ ਡੱਕਾ ਨਹੀਂ ਤੋੜਨਾ। 올ਡ ਏਜ ਪੈਨਸ਼ਨ ਟੂ ਬੀ ਇਨਕਰੀਜ਼ ਟੂ 3100। ਇਸ ਟਾਈਮ ਪਤਾ ਕਿੰਨੀ ਚੱਲ ਰਹੀ ਹੈ? 1200 ਜਾਂ ਪਤਾ ਨਹੀਂ 1500 ਚੱਲ ਰਹੀ ਹੈ। 3100 ਕਰਨਗੇ ਇਹ, ਦੇਖ ਲਿਓ। ਤੁਸੀਂ ਵੀ ਇੱਥੇ ਆ, ਮੈਂ ਵੀ ਇੱਥੇ ਹੀ ਆ। ਜਮਾ ਨਹੀਂ ਕਰਦੇ, ਪਹਿਲੀ ਗੱਲ ਤੇ ਇਹ ਜਿੱਤਦੇ ਹੀ ਨਹੀਂ। ਉਸ ਤੋਂ ਬਾਅਦ ਆਪਾਂ ਅੱਗੇ ਚੱਲੀਏ। ਹਾਂ, ਇਹ ਜਿਹੜਾ ਬੇਸਿਕ ਜਿਹੜਾ ਬਾਲਾ ਚਲਾ ਰੱਖਿਆ ਨਾ ਕਾਂਗਰਸ ਪਾਰਟੀ ਨੇ, ਵੀ ਭਾਈ ਸਾਡੇ ਤਾਂ ਅਮਰਿੰਦਰ ਸਿੰਘ ਸੀਗੇ ਜਿਹੜੇ ਘਪਲੇ ਕਰਕੇ 4.5 ਸਾਲ ਤੱਕ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਸਾਡੀਆਂ ਅੱਖਾਂ ਥੱਲੇ। ਇਹ ਤਾਂ ਚਰਨਜੀਤ ਸਿੰਘ ਚੰਨੀ ਆਏ ਨੇ, ਹੁਣ ਦੇਖੋ ਉਹਨਾਂ ਨੇ ਗਾਹ ਪਾ ਰੱਖਿਆ, ਜਮੀ ਗਾਹ ਪਾ ਰੱਖਿਆ। ਚਰਨਜੀਤ ਸਿੰਘ ਚੰਨੀ ਸਾਹਿਬ, ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਆ ਜਿਹੜੇ 13,000 ਟੀਚਰ ਨੇ, ਤੁਸੀਂ ਅਮਰਿੰਦਰ ਸਿੰਘ ਟਾਈਮ ਤੇ ਮਿਨਿਸਟਰ ਆਫ ਟੈਕਨੀਕਲ ਐਜੂਕੇਸ਼ਨ ਐਂਡ ਟ੍ਰੇਨਿੰਗ ਸੀਗੇ 2017 ਤੋਂ 2021 ਤੱਕ, ਜਦੋਂ ਤੁਸੀਂ ਸੀਐਮ ਬਣੇ ਹੋ ਉਸ ਤੋਂ ਪਹਿਲਾਂ, ਠੀਕ ਹੈ? ਆ 13,000 ਟੀਚਰ ਵਿਚਾਰੇ 16-18 ਸਾਲ ਤੋਂ ਕੰਟਰੈਕਟ ਤੇ ਕੰਮ ਕਰ ਰਹੇ ਨੇ, ਕੰਟਰੈਕਟ ਤੇ, ਤੁਹਾਡੀਆਂ ਨਿਗਾਹ ਥੱਲੇ। ਤੁਹਾਡਾ ਤਾਂ ਬੜਾ ਵੱਡਾ ਡਿਪਾਰਟਮੈਂਟ ਹੈ ਵੀ ਨਹੀਂ। ਬਿਲਡਿੰਗਾਂ ਨੂੰ ਫੰਡਦੇ ਨੇ, ਸਰਕਾਰੀ ਮਹਿਕਮਿਆਂ ਨੂੰ, ਸਰਕਾਰੀ ਇੰਸਟੀਟਿਊਸ਼ਨਸ ਨੂੰ ਫੰਡਦੇ ਨੇ। ਟੀਚਰਾਂ ਦੀ ਜਿਹੜੀ ਪੱਕੀ ਕੱਚੀ ਆ ਉਹ ਦੇਖਣੀ ਹੈ। ਹੋਰ ਤਾਂ ਤੁਸੀਂ ਕੁਝ ਖਾਸ ਨਹੀਂ ਕਰਦੇ। ਸਾਇੰਟਿਸਟ ਵਗੈਰਾ ਲਈ ਵੈਸੇ ਭੇਜਦੇ ਹੋ। ਇਹ 3-4 ਕੰਮ ਚ ਵੀ ਤੁਹਾਡੇ ਤੋਂ 1-2 ਕੰਮ ਨਹੀਂ ਹੋਏ ਹੈਗੇ। ਹੋਰ ਵੀ ਦਿਖਾ ਦੂੰ। CSR ਜਿਹੜੇ ਯੂਨੀਵਰਸਿਟੀਜ਼ ਨੇ ਸਾਰੀਆਂ ਸ਼ਾਰਟ ਆਫ ਫੰਡ ਚੱਲ ਰਹੀਆਂ ਨੇ, ਕਿਉਂਕਿ ਪੰਜਾਬ ਸਰਕਾਰ ਫੰਡ ਹੀ ਨਹੀਂ ਭੇਜਦੀ। ਗੱਲਾਂ ਵੱਡੀਆਂ ਵੱਡੀਆਂ ਕਰ ਦਿੰਦੇ, ਇੰਨਾ ਫੰਡ ਭੇਜਾਂਗੇ, ਇੰਨਾ ਫੰਡ ਭੇਜਾਂਗੇ, ਇੰਨਾ ਫੰਡ ਐਲੋਕੇਟ ਕਰਤਾ। ਪੰਜਾਬ ਦਾ ਬਜਟ ਸੁਣੋਗੇ ਨਾ ਤੁਸੀਂ, ਇੰਨਾ ਫੰਡ 3000 ਕਰੋੜ ਐਲੋਕੇਟਡ ਬਜਟ। ਭੇਜਦੇ ਭੂਜਦੇ ਨਹੀਂ ਹੈਗੇ। ਉਹ ਐਂ ਚੱਲਦਾ ਰਹਿੰਦਾ ਵੀ ਸਾਡੇ ਕੋਲ ਪੈਸੇ ਨਹੀਂ ਹੈਗੇ, ਸਾਡੇ ਕੋਲ ਪੈਸੇ ਨਹੀਂ ਹੈਗੇ, ਹਜੇ ਸਟੇਟ ਚੋਂ ਟੈਕਸ ਚੋਂ ਪੈਸਾ ਨਹੀਂ ਆਇਆ, ਉਹ ਨਹੀਂ ਆਇਆ। ਤਾਂ ਕਹਿਣ ਦਾ ਮਤਲਬ ਇਹ ਹੈ ਵੀ ਇਹ ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਨੇ। ਚਾਹੇ ਕਾਂਗਰਸ ਜੀ ਆ ਜਾਣ, ਸੌਰੀ ਚਾਹੇ ਚੰਨੀ ਜੀ ਆ ਜਾਣ, ਚਾਹੇ ਅਮਰਿੰਦਰ ਜੀ ਆ ਜਾਣ, ਸਭ ਇੱਕੋ ਥਾਲੀ ਹੈ। ਉਸ ਤੋਂ ਬਾਅਦ ਹੁਣ ਬਜਟ ਦਿਖਾ ਦਿੰਦਾ ਮੈਂ ਤੁਹਾਨੂੰ। ਜਿਹੜੀ ਚੀਜ਼ ਮੈਂ ਤੁਹਾਨੂੰ ਕਹਿਣਾ ਚਾਹ ਰਿਹਾ, ਆ ਜਿਹੜੇ ਆਪਾਂ 1000-1000 2-2000 ਰੁਪਇਆ ਲੈ ਲੈਂਦੇ ਆ ਨਾ, ਜਮਾ ਲਈ ਚੱਲੋ। ਸਮਝ ਰਹੇ ਹੋ? 1000 2000 5000 ਜਮਾ ਲਈ ਚੱਲੋ, ਪਰ ਵੋਟ ਨਹੀਂ ਪਾਣੀ ਹੈਗੀ ਇਹਨਾਂ ਨੂੰ। ਪਤਾ ਉਹਦੇ ਨਾਲ ਜਿਹੜਾ ਤੁਸੀਂ ਪੈਸੇ ਲੈ ਰਹੇ ਹੋ, ਪਹਿਲੀ ਗੱਲ ਤਾਂ ਮੈਂ ਉਸ ਚੀਜ਼ ਦੇ ਹੱਕ 'ਚ ਹੀ ਨਹੀਂ ਹੈਗਾ। ਮੈਨੂੰ ਤਾਂ ਲੱਗਦਾ ਬੰਦਾ ਆਪਦਾ ਜ਼ਮੀਰ ਵੇਚਦਾ। ਜਿਹੜੀ ਤੁਹਾਡੀ ਵੋਟ ਹੈ ਨਾ, ਉਹ ਇੰਨੀ ਕੀਮਤੀ ਹੀਰਾ ਹੈ ਨਾ, ਉਹ ਹੀਰਾ ਜਿਹੜਾ ਕਿ ਤੁਹਾਨੂੰ ਇੱਕ ਵਾਰ ਵੀ ਨਹੀਂ ਸੋਚਣਾ ਚਾਹੀਦਾ ਵੀ ਇਹਨੂੰ ਅਸੀਂ ਲਾ ਵੀ ਦਈਏ। ਵੇਚਣ ਦੇ ਦੁਆਰੇ ਤਾਂ ਬਹੁਤ ਦੂਰ ਦੀ ਗੱਲ ਹੈ। ਸਮਝ ਰਹੇ ਹੋ? ਇਹਨਾਂ ਨੇ ਸਾਰੇ ਤੁਹਾਡੇ ਤੋਂ 1000 1.5 2-2 ਹਜ਼ਾਰ ਗੁਣਾ ਕੱਟ ਲੈਣਾ ਉਹਦੇ ਤੋਂ। ਅੱਜ ਤੁਹਾਡੇ ਨੂੰ 1000 ਰੁਪਇਆ 2000 ਦੇ ਕੇ। ਦੂਜੀ ਗੱਲ, ਜੇ ਤੁਹਾਨੂੰ ਬਾਹਲੀ ਹੀ ਲੋੜ ਹੈ, ਤੁਹਾਨੂੰ ਲੱਗਦਾ ਵੀ ਲੈ ਲਈਏ, ਵੈਸੇ ਵੀ ਇਹਨਾਂ ਨੇ ਬੁੱਕਲਾਂ 'ਚ ਭਰੇ ਤਾਂ ਤੁਹਾਡੇ ਹੀ ਪੈਸੇ ਹੋਏ ਨੇ, ਲੈ ਲਓ ਸੰਗ ਨੇ। ਪਰ ਸਮਝ ਰਹੇ ਹੋ? ਪਰ ਵੋਟ ਨਾ ਪਾਓ ਸ਼ਰੇਆਮ। ਉੱਥੇ ਆ ਕੇ ਬਟਨ ਦੱਬਣਾ ਤੁਸੀਂ, ਉਹਦੇ ਉੱਤੇ ਤੁਹਾਡੇ ਸਿਰ ਤੇ ਖੜੇ ਨਹੀਂ ਹੋਣਗੇ। ਬਸ ਐਂ ਆ ਵੀ ਉੱਥੇ ਤੁਹਾਡੀ ਉਹ ਦਿੱਕਤ ਆ ਜਾਂਦੀ ਹੈ ਵੀ ਤੁਹਾਡੇ ਜ਼ਮੀਰ ਨੂੰ ਵੀ ਤੁਹਾਨੂੰ ਐਂ ਲੱਗਦਾ ਹੈ ਵੀ ਯਾਰ ਵੀ ਮੈਂ ਤਾਂ ਲਿੱਤੇ ਆ, ਮੈਂ ਤਾਂ ਸਹੁੰ ਖਾਧੀ ਆ, ਮੈਂ ਕੀ ਕਰੂੰਗਾ। ਨਾ 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 ਨਾ, ਇਹਨਾਂ ਨੇ ਹਜ਼ਾਰਾਂ ਸਹੁੰ ਖਾਧੀਆਂ ਹੋਣਗੀਆਂ। ਠੀਕ ਹੈ ਨਾ? ਜਦ ਤਾਂ ਤੁਸੀਂ ਪੈਸੇ ਲਓ ਨਾ, ਜੇ ਲੈ ਰਹੇ ਹੋ ਤਾਂ ਵੋਟ ਪਾਓ ਨਾ।
ਕਿਉਂਕਿ ਤੁਹਾਨੂੰ ਪਤਾ ਹੈ ਵੀ ਇਹਨਾਂ ਨੇ ਕੁਝ ਕਰਨਾ ਨਹੀਂ। ਤੁਹਾਡੀ ਅੱਜ ਹਾਲਤ ਹੈ ਨਾ ਜਿਹੜੀ, ਜੋ ਵੀ ਹਾਲਤ ਹੈ ਆਪਣੀ ਸਾਰਿਆਂ ਦੀ, ਉਹ ਅੱਜ ਕਿਤੇ ਨਾ ਕਿਤੇ ਰਿਸਪੌਂਸਿਬਿਲਿਟੀ ਇਹਨਾਂ ਦੀ ਵੀ ਬਣਦੀ ਹੈ। ਆਪਾਂ ਆਪਦੀ ਕਿਸਮਤ ਨੂੰ, ਆਪਦੇ ਮਕਸਦ ਨੂੰ, ਆਪਦੇ ਮੁਕੱਦਰ ਨੂੰ ਦੋਸ਼ ਜ਼ਰੂਰ ਦਿੰਦੇ ਹਾਂ, ਪਰ ਇਹ ਸਭ ਤੋਂ ਵੱਡਾ ਰੀਜ਼ਨ ਨੇ ਜਿਹਦੇ ਕਰਕੇ ਆਪਣੀਆਂ ਜ਼ਿੰਦਗੀਆਂ ਇਹੋ ਜਿਹੀਆਂ ਨੇ। ਜਿਹੜੀ ਪੰਜਾਬ ਸਰਕਾਰ ਹੈ, ਪੰਜਾਬ ਸਰਕਾਰ ਨਹੀਂ ਉਹਦੇ ਉੱਤੇ ਛੱਡ ਕੇ ਇੰਡੀਅਨ ਸਰਕਾਰ, ਪਰ ਓਬਵੀਅਸਲੀ ਹੁਣ ਪੰਜਾਬ ਇਲੈਕਸ਼ਨ ਚੱਲ ਰਹੇ ਨੇ ਤਾਂ ਆਪਾਂ ਪੰਜਾਬ ਸਰਕਾਰ ਬਾਰੇ ਹੀ ਗੱਲ ਕਰਾਂਗੇ, ਜਿਹੜੇ ਆਪਣੇ ਹੱਥ 'ਚ ਹੈ ਫਿਲਹਾਲ ਲਈ। ਪੰਜਾਬ ਸਰਕਾਰ ਦਾ ਜਿਹੜਾ ਬਜਟ ਹੈ ਉਹ 1,40,000 ਕਰੋੜ ਰੁਪਏ, 1,40,000 ਕਰੋੜ। ਪੰਜਾਬ ਦੀ ਆਬਾਦੀ 3.5 ਕਰੋੜ ਹੈ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ। ਜੇ ਆਪਾਂ ਡਿਵਾਈਡ ਕਰੀਏ, 40,000 ਰੁਪਈਆ ਇੱਕ ਸਾਲ ਦਾ ਇੱਕ ਬੰਦੇ ਤੇ ਲੱਗਣਾ ਚਾਹੀਦਾ। 40,000 ਰੁਪਈਆ 5 ਸਾਲਾਂ ਦਾ 2 ਲੱਖ ਰੁਪਇਆ ਲੱਗਣਾ ਚਾਹੀਦਾ। ਸੌਰੀ, ਗਲਤੀ ਨਾਲ ਇੱਥੇ 1,60,000 ਲਿਖਿਆ ਗਿਆ ਮੈਥੋਂ। 2 ਲੱਖ ਰੁਪਇਆ ਲੱਗਣਾ ਚਾਹੀਦਾ 5 ਸਾਲਾਂ ਦਾ ਸਰਕਾਰ ਦਾ। ਤੁਹਾਨੂੰ ਲੱਗਦਾ ਕਿਸੇ ਨੂੰ ਵੀ ਤੁਹਾਡੇ ਤੇ 2 ਲੱਖ ਰੁਪਇਆ ਕੀ 20 ਰੁਪਏ ਵੀ ਲੱਗਦੇ ਨੇ ਕਦੇ ਕਦੇ ਕਈ ਬੰਦਿਆਂ ਤੇ ਤਾਂ। ਸਰਕਾਰ ਮੈਂ ਤੁਹਾਨੂੰ ਦੱਸਦਾ, ਮੈਂ ਟੈਕਸ ਭਰਿਆ ਲਗਾਤਾਰ 2 ਸਾਲ 3 ਸਾਲ ਜਿੰਨੇ ਚਿਰ ਮੈਂ ਜੌਬ ਕੀਤੀ ਹੈ। 1 ਰੁਪਏ ਦਾ ਮੈਨੂੰ ਫਾਇਦਾ ਨਹੀਂ ਲੱਗਦਾ ਸਰਕਾਰ ਤੋਂ, 1 ਰੁਪਏ ਦਾ। ਜੇ ਮੈਂ ਸੌਂਗਾ, ਜੇ ਕੋਈ ਸਰਕਾਰੀ ਕੰਮ ਵੀ ਕਰਵਾਉਣਾ ਜਾਂ ਕੋਈ ਆਪਦੀ ਨੋਰਮਲ ਫਾਈਲ ਪਾਸਪੋਰਟ ਤੱਕ ਅਪਲਾਈ ਕਰਨਾ, ਉੱਥੇ ਵੀ ਰਿਸ਼ਵਤਾਂ ਪਹਿਲਾਂ ਮੰਗਦੇ ਨੇ ਵੀ 100 ਰੁਪਏ ਦਾ ਫੀਸ ਹੈ ਜੀ, ਪਰ ਤੁਹਾਨੂੰ ਜਿਹੜੀ ਗੱਲ ਹੈ 2100 ਦੇਣਾ ਪਊਗਾ। 2000 ਸਾਡੀ ਫੀਸ ਹੈ, 100 ਰੁਪਏ ਦੇ ਉੱਤੇ 2000 ਰੁਪਏ ਫੀਸ, 2-2000 ਰੁਪਏ। ਜਿਹੜਾ ਇਹ ਤਾਂ ਫਿਰ ਵੀ ਜਿਹੜਾ ਲੀਗਲ ਤਰੀਕੇ ਨਾਲ ਜਿਹੜਾ 1,40,000 ਕਰੋੜ ਹੈ, ਇਹ ਤਾਂ ਲੀਗਲ ਤਰੀਕੇ ਨਾਲ ਜਿਹੜਾ ਅਸਾਈਨਡ ਬਜਟ ਹੈ ਸਰਕਾਰ ਵੱਲੋਂ ਹੋਇਆ। ਆ ਜਿਹੜਾ 2 ਨੰਬਰ ਜਿਹੜਾ ਮੈਂ ਦੱਸ ਰਿਹਾ ਨਾ ਵੀ 1000 ਰੁਪਏ 100 ਰੁਪਏ ਦੀ ਫੀਸ ਹੈ, 2000 ਰੁਪਏ ਉੱਤੇ ਫੜ ਲੈਂਦੇ ਨੇ, ਸਮਝ ਰਹੇ ਹੋ? ਪਹਿਲਾਂ ਮੂੰਹ ਟੱਡ ਲੈਂਦੇ ਨੇ ਫਿਰ ਕੰਮ ਕਰਾਂਗੇ ਜੀ ਤੁਹਾਡਾ। FSSAI ਦਾ ਉਹ ਸਰਟੀਫਿਕੇਸ਼ਨ ਮੰਗ ਲਓ ਤੁਸੀਂ। ਤੁਹਾਡੀ ਲੈ ਜਦੋਂ ਤੱਕ ਤੁਸੀਂ 4500 ਰੁਪਏ ਹੱਥ 'ਚ ਨਹੀਂ ਧਰਦੇ, ਉਦੋਂ ਤੱਕ ਤੁਹਾਡੇ ਕੋਲ ਸਰਟੀਫਿਕੇਸ਼ਨ ਨਹੀਂ ਬਣਦੀ, ਚਾਹੇ ਤੁਹਾਡੇ ਕਿੰਨੇ ਹੀ ਡਾਕੂਮੈਂਟ ਪੂਰੇ ਨੇ, ਕਿੰਨੀ ਤੁਹਾਡੀ ਮੈਜ਼ਰਮੈਂਟ ਠੀਕ ਹੈ, ਕਿੰਨੀ ਤੁਹਾਡੀ ਜਿਹੜੀ ਫਸਲ ਆ ਉਹਦਾ ਫੂਡ ਮਤਲਬ ਮੋਇਸਚਰ ਤੇ ਕੌਨਸੈਂਟਰੇਸ਼ਨ ਸਾਰੀ ਨਿਊਟ੍ਰੀਐਂਟਸ ਦੀ ਸਾਰੀ ਬਰਾਬਰ ਹੈ, ਫਿਰ ਵੀ ਨਹੀਂ ਮਿਲਦਾ ਤੁਹਾਨੂੰ ਲਾਇਸੈਂਸ। ਸ਼ਰਤ ਲਾ ਲਓ ਮੇਰੇ ਨਾਲ ਇਸ ਗੱਲ ਦੀ। ਅੱਗੇ ਚੱਲੀਏ, ਪੰਜਾਬ ਦਾ ਬਜਟ ਇਹ ਥੋੜਾ ਡਿਸਟਰੀਬਿਊਸ਼ਨ ਹੈ। ਸਟੇਟ ਆਉਂਦਾ, ਜਿਹੜਾ ਸਟੇਟ ਦਾ ਆਪਦਾ ਟੈਕਸ ਹੁੰਦਾ ਉਹ ਆਉਂਦਾ ਹੈ, ਜਿਹੜਾ ਗ੍ਰਾਂਟ ਸੈਂਟਰ ਤੋਂ ਆਉਂਦੀ ਆ ਉਹ ਆਉਂਦੀ ਹੈ। ਪਬਲਿਕ ਡੈਫਟ ਜਿਹੜੇ ਬੈਂਕਾਂ ਤੋਂ ਲੋਨ ਲੈਂਦੇ ਨੇ ਉਹ ਹੁੰਦੇ ਨੇ ਇਹਦੇ ਵਿੱਚ। ਸੈਂਟਰਲ ਟੈਕਸਿਸ ਚੋਂ ਇਹਨਾਂ ਨੂੰ ਸ਼ੇਅਰ ਆਉਂਦਾ, ਜਿਹੜਾ ਆਪਾਂ ਸੈਂਟਰ ਜਿਹੜਾ ਇਨਕਮ ਟੈਕਸ ਭਰਦਾ ਉਹਦੇ ਚੋਂ ਸ਼ੇਅਰ ਆਉਂਦਾ। ਤੇ ਹੋਰ ਆ ਥੋੜੇ ਰੈਵਨਿਊ ਹੋਰ ਤਰੀਕੇ ਦੇ ਹੁੰਦੇ ਨੇ, ਉਹ ਆਉਂਦੇ ਨੇ। ਤਾਂ ਬੇਸਿਕਲੀ ਪੈਸਾ ਬਹੁਤ ਆਉਂਦਾ ਹੈ। ਇਹ ਸਾਰਾ ਜੇ ਤੁਸੀਂ ਜੋੜੋਗੇ 2020-21 ਦਾ 21-22 ਦਾ, ਇਹ ਸਾਰਾ ਜੋੜ ਕੇ 1,40,000 ਕਰੋੜ ਰੁਪਇਆ ਬਜਟ ਬਣਦਾ ਲੀਗਲ ਤੌਰ ਤੇ। ਪੈਸਾ ਬਹੁਤ ਹੈ ਜੀ ਇਹਨਾਂ ਕੋਲ, 1,40,000 ਕਰੋੜ। ਸੋਚੋਗੇ ਕਿੰਨਾ ਪੈਸਾ ਹੁੰਦਾ, ਕਿੰਨਾ ਜ਼ਿਆਦਾ ਪੈਸਾ ਹੁੰਦਾ। ਆਪਣਾ ਜਿਹੜਾ ਪੰਜਾਬ ਆ ਉਹ 3 ਏਰੀਆ 'ਚ ਡਿਵਾਈਡ ਕੀਤਾ ਹੋਇਆ, ਜਿਵੇਂ ਤੁਹਾਨੂੰ ਪਤਾ ਹੀ ਹੈ। ਇੱਕ ਮਾਝਾ ਹੁੰਦਾ, ਇੱਕ ਮਾਲਵਾ ਹੁੰਦਾ, ਇੱਕ ਦੁਆਬਾ ਹੁੰਦਾ, ਠੀਕ ਹੈ ਜੀ। ਮਾਝਾ ਏਰੀਆ 'ਚ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਵਰਗੇ ਸ਼ਹਿਰ ਆ ਜਾਂਦੇ ਨੇ, ਤੇ ਦੁਆਬੇ 'ਚ ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ ਆ ਜਾਂਦੇ ਨੇ। ਮਾਲਵੇ 'ਚ ਰੋਪੜ, ਮੋਹਾਲੀ, ਲੁਧਿਆਣਾ, ਮੋਗਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਬਰਨਾਲਾ, ਸੰਗਰੂਰ, ਮਾਨਸਾ, ਇਹ ਸਾਰੇ ਆ ਜਾਂਦੇ ਨੇ। ਹੁਣ ਆਪਾਂ ਦੇਖਾਂਗੇ ਜਿਹੜੇ ਆਨਲਾਈਨ ਐਸਟੀਮੇਟਸ ਆਪਾਂ ਕਹਿ ਰਹੇ ਹਾਂ ਵੀ ਜਿਹੜੀ ਆਨਲਾਈਨ ਜਿੰਨੇ ਵੀ ਸਰਵੇ ਹੋਏ ਨੇ ਅੱਜ ਤੱਕ, ਉਹਦੇ ਹਿਸਾਬ ਨਾਲ ਕਿਹੜੀ ਸਰਕਾਰ ਕਿੱਥੇ ਚੱਲ ਰਹੀ ਹੈ ਉਹਦਾ ਆਪਾਂ ਵੇਰਵਾ ਲਵਾਂਗੇ। ਓਪੀਨੀਅਨ ਪੋਲਸ ਹੁੰਦੇ ਨੇ ਜਿਹੜੇ ਕਿ ਜਾ ਕੇ ਘਰਾਂ ਘਰਾਂ 'ਚ ਜਾ ਕੇ ਸਰਵੇ ਜਾਂ ਕੰਡਕਟ ਕੀਤੇ ਜਾਂਦੇ ਨੇ। ਉਹਦੇ ਹਿਸਾਬ ਨਾਲ ਜੇ ਦੇਖੀਏ ਆਪਾਂ, ਆਮ ਆਦਮੀ ਪਾਰਟੀ ਸਿੱਧੇ ਤਰੀਕੇ ਤੇ ਲੀਡ ਕਰ ਰਹੀ ਹੈ ਜਿੰਨੇ ਵੀ ਓਪੀਨੀਅਨ ਪੋਲਸ ਹੋਏ ਨੇ। 7 ਫਰਵਰੀ ਨੂੰ ਜਿਹੜਾ ਲੇਟੈਸਟ ਪੋਲ ਹੋ ਕੇ ਚੱਕਿਆ ਹੋਣੀ, ਉਹਦੇ 'ਚ 55 ਤੋਂ 63 ਸੀਟਾਂ ਆਮ ਆਦਮੀ ਪਾਰਟੀ ਜਿੱਤ ਰਹੀ ਹੈ। 23 ਜਨਵਰੀ ਨੂੰ ਜਿਹੜਾ ਹੋਇਆ ਉਹਦੇ 'ਚ 52 ਤੋਂ 55 ਸੀਟਾਂ ਜਿੱਤ ਰਹੀ ਸੀ। 10 ਜਨਵਰੀ ਨੂੰ ਫੇਰ 52 ਤੋਂ 58 ਸੀਟਾਂ ਜਿੱਤ ਰਹੀ ਸੀ। 21 ਦਸੰਬਰ ਨੂੰ 47 ਤੋਂ 52, 11 ਦਸੰਬਰ ਨੂੰ 50 ਤੋਂ 56, 12 ਨਵੰਬਰ ਨੂੰ 47 ਤੋਂ 53 ਸੀਟਾਂ। ਕੀ ਮਤਲਬ ਕਿ ਆਮ ਆਦਮੀ ਪਾਰਟੀ ਕਲੀਅਰ ਸਿੱਧੇ ਤਰੀਕੇ ਤੇ ਬਹੁਮਤ ਬਣਾ ਰਹੀ ਹੈ ਤੇ ਹੋਪਫੁਲੀ ਸਰਕਾਰ ਬਣਾਊਗੀ ਇਹਨਾਂ ਓਪੀਨੀਅਨ ਪੋਲਸ ਤੇ ਪ੍ਰੈਡਿਕਸ਼ਨ ਦੇ ਹਿਸਾਬ ਨਾਲ। ਦੂਜੇ ਨੰਬਰ ਤੇ ਹੈਗੀ ਹੈ UPA ਪਾਰਟੀ, ਜਿਹੜੀ 24-30, 24-30, 40-42, 37-30, 40, 40-45, 39-45, ਤਾਂ ਬੇਸਿਕਲੀ 40 ਤੋਂ 45 ਦੇ ਵਿੱਚ ਸੀਟਾਂ ਉਹ ਕੱਢ ਕੇ ਜਾਣਗੇ। ਬਾਕੀ ਜਿਹੜੀਆਂ ਨੇ NDA ਤੇ ਸ਼੍ਰੋਮਣੀ ਅਕਾਲੀ ਦਲ ਦੀਆਂ, ਉਹਨਾਂ ਨੇ ਥੋੜ੍ਹੇ ਸੀਟਾਂ ਤੁਹਾਨੂੰ ਦਿਖ ਹੀ ਰਹੀਆਂ ਨੇ, ਤੁਹਾਡੇ ਸਾਹਮਣੇ ਨੇ। ਤਾਂ ਬੇਸਿਕਲੀ ਇਸ ਵਾਰੀ ਜਿਸ ਹਿਸਾਬ ਨਾਲ ਆਪਾਂ ਜੇ ਪ੍ਰੈਡਿਕਸ਼ਨ ਤੇ ਓਪੀਨੀਅਨ ਪੋਲਸ ਨੂੰ ਦੇਖ ਕੇ ਅਨੁਮਾਨ ਲਗਾਇਆ ਜਾਵੇ ਤਾਂ ਆਮ ਆਦਮੀ ਪਾਰਟੀ ਸਿੱਧੇ ਤੌਰ ਤੇ ਸਰਕਾਰ ਬਣਾ ਰਹੀ ਹੈ, ਜਿਹੜੀ ਕਿ ਆਪਦੇ ਆਪ 'ਚ ਹੀ ਬਹੁਤ ਹੈਰਾਨ ਕਰਨ ਵਾਲੀ ਚੀਜ਼ ਹੈ। ਕਿਉਂਕਿ ਜਿੱਥੇ ਤੱਕ ਮੈਨੂੰ ਸਮਝ ਆਉਂਦਾ, ਮੈਂ ਆਪਦੀ ਕੌਂਸਟੀਟੂਐਂਸੀ 'ਚ ਨਹੀਂ ਦੇਖਿਆ ਹੈਗਾ, ਮਾਨਸਾ ਵਗੈਰਾ 'ਚ, ਵੀ ਇਹ ਲੋਕ ਜ਼ਿਆਦਾ ਪੈਸਾ ਉਡਾ ਪਾ ਰਹੇ ਨੇ।
ਨਾ ਪੈਸਾ ਲਗਾ ਰਹੇ ਨੇ ਜਾਂ ਖਾਸਾ ਜਿਹਾ ਇਹਨਾਂ ਨੇ ਕੀਤਾ, ਫਿਰ ਵੀ ਲੋਕਾਂ ਦੇ ਵਿੱਚ ਇਹਨਾਂ ਦਾ ਪੂਰਾ ਭਰਪੂਰ ਕਰੇਜ਼ ਹੈ। ਤੁਸੀਂ ਕਿਹੜੀ ਦੁਕਾਨ ਤੇ ਖੜ ਕੇ ਪੁੱਛ ਲਓ, ਕਿਤੇ ਨਾ ਕਿਤੇ ਕੋਈ ਬੰਦਾ 100 10 ਚੋਂ 5 ਬੰਦੇ, 6 ਬੰਦੇ, 7 ਬੰਦੇ, 8 ਬੰਦੇ ਇਹੀ ਕਹਿਣਗੇ ਵੀ ਆਮ ਆਦਮੀ ਪਾਰਟੀ ਨੂੰ ਪਾਵਾਂਗੇ। ਇੱਕ ਦੋ ਹੁੰਦੇ ਨੇ ਵੀ ਸਾਡੀ ਤਾਂ ਪੱਕੀ ਵੋਟ ਉਧਰ ਹੀ ਐ, ਇਸ ਤਾਂ ਸਹੁੰ ਖਾਦੀ ਹੋਈ ਐ, ਸਾਡਾ ਤਾਂ ਰਿਸ਼ਤੇਦਾਰ ਹੈ ਜਾਂ ਐਵੇਂ। ਪਰ ਮਤਲਬ ਮੈਂ ਬਸ ਆਪਣਾ ਓਪੀਨੀਅਨ ਦੱਸ ਰਿਹਾ, ਇਹ ਚ ਮੈਂ ਜਮਾਂ ਨਹੀਂ ਕਹਿੰਦਾ ਵੀ ਆਮ ਆਦਮੀ ਪਾਰਟੀ ਨੂੰ ਵੋਟ ਪਾਓ। ਬਸ ਹਾਂ, ਇਹ ਗੱਲ ਜ਼ਰੂਰ ਕਹੂੰਗਾ ਵੀ ਕਾਂਗਰਸ ਜਿਹੜੀ ਜਿੱਤੀ ਹੋਈ ਪਾਰਟੀ ਹੈ ਉਹਨੂੰ ਵਾਪਸ ਜਿਤਾਉਣ ਦਾ ਕੋਈ ਹੱਕ ਨਹੀਂ ਹੈਗਾ ਆਪਣਾ, ਨਾ ਹੀ ਕੋਈ ਸੈਂਸ ਬਣਦਾ ਹੈ ਡੈਮੋਕ੍ਰੇਸੀ ਦੇ ਹਿਸਾਬ ਨਾਲ। ਤੁਸੀਂ ਐਂ ਦੇਖੋ, ਡੋਨਾਲਡ ਟਰੰਪ ਵਰਗਾ ਬੰਦਾ ਜਿੱਤ ਗਿਆ ਸੀਗਾ ਓਬਾਮਾ ਤੋਂ USA ਦੇ ਵਿੱਚ। ਇਹ ਸਿੰਪਲ ਸਾਰੇ ਜਿੰਨੇ ਸਾਰੀਆਂ ਡੈਮੋਕ੍ਰੇਸੀ ਉੱਥੇ ਲਾਗੂ ਹੁੰਦਾ ਹੈ। ਫਿਰ ਅਗਲੀ ਵਾਰ ਜਦੋਂ ਫੇਰ ਉਹ ਖੜਾ ਹੋਇਆ ਸੀ ਤਾਂ ਉਸ ਟਾਈਮ ਤੇ ਉਹਨੂੰ ਜੋ ਬਾਈਡਨ ਹਰਾ ਗਿਆ ਸੀ। ਤਾਂ ਉਹਨਾਂ ਦੇ ਡੈਮੋਕ੍ਰੈਟਸ ਤੇ ਉਸ ਚ ਰਿਪਬਲਿਕਨਸ ਚ ਵਾਰ ਚੱਲਦਾ ਹੀ ਰਹਿੰਦਾ। ਇਹੀ ਸੇਮ ਤਰੀਕਾ ਹੈ ਵੀ ਜਿਹੜੀਆਂ ਓਪੋਜ਼ਿਟ ਆਈਡੀਓਲੋਜੀਜ਼ ਹੈ ਉਹਨਾਂ ਨੂੰ ਜਿਤਾਣਾ ਹੀ ਜਿਤਾਣਾ ਇੱਕ ਵਾਰੀ, ਕਿਉਂਕਿ ਅਮਰੀਕਾ ਦੇ ਲੋਕ ਸਿਆਣੇ ਨੇ, ਉਹਨਾਂ ਦੇਖਦੇ ਨੇ ਵੀ ਇਸ ਵਾਰੀ ਇਹਨੇ ਇਹ ਕੀਤਾ, ਅਗਲੀ ਵਾਰ ਇਹਨੂੰ ਜਿੱਤਣ ਨਹੀਂ ਦੇਣਾ ਹੈਗਾ। ਤਾਂ ਹੀ ਉਹਦੇ ਪੈਸਾ ਉੱਥੇ ਪੈਸਾ ਨਹੀਂ ਲੱਗਦਾ ਕਦੇ ਵੀ, ਪਤਾ, ਫਾਲਤੂ ਇਲੈਕਸ਼ਨਾਂ ਤੇ ਜਿੰਨਾ ਪੈਸਾ ਇਲੈਕਸ਼ਨਾਂ 'ਚ ਖਰਾਬ ਹੁੰਦਾ ਨਾ, ਜੇ ਉਹੀ ਆਪਣੇ ਵੈਲਫੇਅਰ ਲਈ ਆਪਣੀ ਸਟੇਟ ਦੇ ਉੱਤੇ ਲੱਗ ਜੇ ਨਾ, ਮੈਂ ਕਹਿੰਦਾ ਪੰਜਾਬ ਬਹਾਲ ਹੋ ਜੇ, ਪਤਾ ਪੰਜਾਬ ਸੋਨੇ ਦੀ ਚਿੜੀ ਦੁਬਾਰੇ ਬਣ ਜੇ ਆਪਣਾ। ਇੱਕ ਆਹ ਗੱਲ ਦੇਖ ਲਓ, ਇਹ ਇਸ ਚੀਜ਼ ਤੋਂ ਕੋਈ ਨਹੀਂ ਮੁੱਕਰ ਸਕਦਾ ਹੈਗਾ। ਜਿਹੜੇ ਕਿ ਆਪਣੇ ਕੈਨੇਡਾ ਤੋਂ, ਇੰਡੀਆ ਤੋਂ ਲੋਕ ਅੰਨ੍ਹੇਵਾਹ ਕੈਨੇਡਾ ਜਾ ਰਹੇ, ਇੰਡੀਆ ਤੋਂ ਲੋਕ ਅੰਨ੍ਹੇਵਾਹ ਕੈਨੇਡਾ ਜਾ ਰਹੇ, ਤੁਸੀਂ ਕਿਸੇ ਮਰਜ਼ੀ ਤੋਂ ਜਾਣ ਵਾਲੇ ਤੋਂ ਪੁੱਛ ਲਓ ਵੀ ਭਾਈ ਕਿਉਂ ਜਾ ਰਹੇ ਆ। ਕਿਉਂਕਿ ਉਹਨਾਂ ਨੂੰ ਆਪਦਾ ਇੱਥੇ ਕੋਈ ਫਿਊਚਰ ਨਹੀਂ ਦਿਖਦਾ ਹੈਗਾ। ਪੰਜਾਬ ਬਰਬਾਦ ਹੋਇਆ ਪਿਆ, ਪੰਜਾਬ ਬੁਰਾ ਹਾਲ ਕਰ ਰੱਖਿਆ, ਪੰਜਾਬ ਨੂੰ ਲੋਕ ਪੱਟ ਕੇ ਖਾ ਗਏ, ਜਿਹੜੇ ਪੋਲੀਟੀਸ਼ੀਅਨ ਨੇ ਸਾਰਾ ਪੈਸਾ ਖਾ ਗਏ ਪੰਜਾਬ ਦਾ। ਪੰਜਾਬ ਆਪਣਾ ਸੋਨੇ ਦੀ ਚਿੜੀ ਹੁੰਦਾ ਸੀ ਕਿਸੇ ਟਾਈਮ ਤੇ, ਉਹਨੂੰ ਲਿਆ ਕੇ ਇੰਨੀ ਮਾੜੀ ਹਾਲਤ ਕਰ ਰੱਖੀ ਹੈ ਅੱਜ ਉਹ ਕਰਜ਼ੇ 'ਚ ਹੈ, ਗੰਦੇ ਕਰਜ਼ੇ 'ਚ ਡੁੱਬੀ ਹੋਈ ਹੈ ਪੰਜਾਬ ਸਟੇਟ। ਇਹ ਸਾਰਾ ਹਾਲ ਕੀਤਾ ਜਿਹੜੀਆਂ ਸਰਕਾਰਾਂ ਆਈਆਂ ਨੇ, ਜਿਹੜੇ ਪੈਸੇ ਖਾਦੇ ਨੇ ਲੋਕਾਂ ਨੇ ਆਪਦੇ ਢਿੱਡਾਂ 'ਚ ਭਰੇ ਨੇ, ਇਹ ਸਾਰੇ ਆਮ ਜਨਤਾ ਦੇ ਆਪਣੇ ਪੈਸੇ ਨੇ ਜਿਹੜੇ ਸਾਰੇ ਖਰਾਬ ਕਰਤੇ ਆਪਣੇ ਘਰੇ। ਜੇ ਆਪਾਂ 10 ਰੁਪਏ ਲੈ ਜਾ ਕੇ ਕਿਤੇ ਗਲਤੀ ਨਾਲ ਕਿਤੇ ਗਲਤ ਚੀਜ਼ ਖਾਈਏ, ਕਿਤੇ ਸਿੱਟ ਆਈਏ, ਆਪਣੀ ਮਾਂ 10 ਵਾਰੀ ਆ ਕੇ ਦੋ ਮਾਰਦੀ ਹੈ ਚਾਂਟੇ ਵੀ ਭਾਈ ਤੂੰ 10 ਵਾਰੀ ਸਿੱਟਿਆ, ਸਾਡੇ ਖੂਨ ਪਸੀਨੇ ਦੀ ਕਮਾਈ ਸੀ। ਤੇ ਇਹ ਆਪਣੇ ਹਜ਼ਾਰਾਂ ਕਰੋੜਾਂ ਰੁਪਏ ਇਕੱਠੇ ਕਰ ਕਰਕੇ ਖਾ ਗਏ, ਢਿੱਡਾਂ 'ਚ ਸਿੱਟੇ, ਬਰਬਾਦ ਕਰਤਾ ਇਹਨਾਂ ਨੇ ਉਹ ਸਾਰਾ ਪੈਸਾ। ਜੇ ਕਿਸੇ ਦੇ ਲੱਗਦਾ, ਕਿੰਨੀ ਖੁਸ਼ੀ ਵਾਲੀ ਗੱਲ ਸੀ, ਕਿੰਨਾ ਆਪਣੇ ਪੰਜਾਬ ਦੀ ਡਿਵੈਲਪਮੈਂਟ ਤਰੱਕੀ ਲਈ ਆਪਣਾ ਪੰਜਾਬ ਪੂਰੇ ਵਰਲਡ 'ਚ ਫੇਮਸ ਹੋਣਾ ਹੁੰਦਾ ਅੱਜ ਤੱਕ। ਪਰ ਇੰਨਾ, ਮੈਨੂੰ ਕਹਿਣਾ ਨਹੀਂ ਚਾਹੀਦਾ ਸ਼ਬਦ, ਇਹਨਾਂ ਕਮੀਨਿਆਂ ਦੇ ਕਰਕੇ, ਸਾਰਿਆਂ ਕਰਕੇ ਆਪਣਾ ਅੱਜ ਆਹ ਹਾਲ ਹੈ ਪੰਜਾਬ ਦਾ। ਇੰਡੀਆ ਦੇ ਮਾਈਗ੍ਰੈਂਟਸ ਦੇਖੋ ਤੁਸੀਂ, ਪੂਰੇ ਵਰਲਡ ਦੇ ਵਿੱਚ ਸਭ ਤੋਂ ਵੱਧ ਜੇ ਕੋਈ ਕੰਟਰੀ ਚੋਂ ਮਾਈਗ੍ਰੇਸ਼ਨ ਹੁੰਦੀ ਹੈ, ਮਤਲਬ ਕਿ ਸਭ ਤੋਂ ਵੱਧ ਕੋਈ ਛੱਡ ਕੇ ਜਾਂਦਾ ਉਹਨਾਂ ਦੀ ਸਟੇਟ ਨੂੰ, ਆਪਦੀ ਜਿਹੜੀ ਮਾਤਰ ਭੂਮੀ ਹੁੰਦੀ ਹੈ, ਉਹ ਸਭ ਤੋਂ ਵੱਧ ਇੰਡੀਆ ਤੋਂ ਜਾਂਦੇ ਨੇ ਲੋਕ ਬਾਹਰਲੇ ਦੇਸ਼ਾਂ ਨੂੰ, ਕੈਨੇਡਾ ਨੂੰ ਸਪੈਸ਼ਲੀ। ਉਹਦੇ ਚੋਂ ਜੇ ਆਪਾਂ ਦੇਖੀਏ ਪੰਜਾਬੀ, ਹਰ ਕੋਈ ਪੰਜਾਬੀ, ਹਰ ਕੋਈ ਦੂਸਰਾ ਤੀਸਰਾ ਪੰਜਾਬੀ, ਗਲੀ 'ਚ ਜੇ 10 ਬੱਚੇ ਰਹਿੰਦੇ ਨੇ ਤਾਂ ਉਹਨਾਂ ਚੋਂ 7 ਬਾਹਰ ਦੀ ਜਾਣ ਦੀ ਤਿਆਰੀ ਕਰ ਰਹੇ ਨੇ। ਇੰਨਾ ਬੁਰਾ ਹਾਲ ਹੋ ਰੱਖਿਆ, ਪੁੱਛੋ ਕਿਉਂ? ਕਾਰਨ ਫਿਊਚਰ ਨਹੀਂ ਹੈਗਾ ਜੀ, ਕੁਛ ਹੈ ਨਹੀਂ ਇੱਥੇ ਜੀ। ਮੈਂ ਤੁਹਾਨੂੰ ਦੱਸਦਾ, ਜਿਹੜੇ ਤਿੰਨ ਨੇ ਨਾ, ਉਹ ਵੀ ਪਤਾ ਕਿਉਂ ਨਹੀਂ ਜਾ ਪਾਉਂਦੇ, ਕਿਉਂਕਿ ਉਹਨਾਂ ਕੋਲ ਪੈਸੇ ਨਹੀਂ ਹੈਗੇ ਜਾਣ ਦੇ, ਨਹੀਂ ਉਹ ਵੀ ਵਗ ਜਾਂਦੇ, ਸਾਰਾ ਪੰਜਾਬ ਖਾਲੀ ਹੋ ਜਾਂਦਾ ਉਹਨੂੰ ਆਪਣਾ। ਜੇ ਉਹਨਾਂ ਕੋਲ ਵੀ ਮਾੜੇ ਮੋਟੇ ਵਿਚਾਰਿਆਂ ਕੋਲ ਕਿਸੇ ਤਰੀਕੇ ਨਾਲ ਲੋਨ ਲੂਨ ਅਰੇਂਜ ਕਰਕੇ ਪੈਸੇ ਹੁੰਦੇ, ਉਹ ਤਿੰਨ ਵੀ ਉੱਡ ਜਾਂਦੇ। ਇੰਨਾ ਬੁਰਾ ਹਾਲ ਹੈ ਪੰਜਾਬ ਦਾ, ਇੰਨਾ ਬੁਰਾ ਹਾਲ ਹੈ। ਆਪਾਂ ਆਹ ਚਾਹੁੰਦੇ ਹਾਂ, ਕਿੱਥੇ ਤਾਂ ਆਪਾਂ ਚਾਹੀਏ ਲੋਕ ਪੰਜਾਬ 'ਚ ਆ ਕੇ ਰਹਿਣ, ਵੀ ਸਾਡੇ ਪੰਜਾਬ ਬਾਰੇ ਲੋਕਾਂ ਨੂੰ, ਸਾਡੇ ਸੱਭਿਆਚਾਰ ਬਾਰੇ, ਸਾਡੀ ਬੋਲੀ ਬਾਰੇ ਲੋਕਾਂ ਨੂੰ ਪਤਾ ਚੱਲੇ, ਲੋਕ ਸਾਡੇ ਨਾਲ ਇੰਟਰੈਕਟ ਕਰਨ, ਲੋਕ ਸਾਡੇ ਨਾਲ ਬੌਂਡ ਵਧੀਆ ਕਰ ਪਾਉਣ। ਆਪਣਾ ਸਾਰਾ ਪੰਜਾਬ ਖਾਲੀ ਹੋਈ ਜਾਂਦਾ ਯਾਰ, ਤੇ ਆਪਾਂ ਸਾਰਿਆਂ ਨੇ ਬੈਠ ਕੇ ਦੇਖ ਰਹੇ ਹਾਂ, ਇਹੋ ਜਿਹੀਆਂ ਸਰਕਾਰਾਂ ਨੂੰ ਜਿਤਾ ਦਿੰਦੇ ਆਪਾਂ। ਕਦੇ ਕਦੇ ਤਾਂ ਮੈਨੂੰ ਆਪਣੇ ਆਪ ਤੇ ਬਹੁਤ ਜ਼ਿਆਦਾ ਸ਼ਰਮ ਆਉਂਦੀ ਹੈ। ਇੱਕ ਸਿੱਧੇ ਤੌਰ ਤੇ ਮੈਂ ਕਹਿਣਾ ਚਾਹੂੰਗਾ, ਉਹੀ ਜਿਹੜੀ ਚੀਜ਼ ਮੈਂ ਹਮੇਸ਼ਾ ਕਹਿੰਦਾ, ਜਿਹੜੀ ਇਲੈਕਸ਼ਨ ਦੀ ਜਿੱਤੀ ਹੋਈ ਪਾਰਟੀ ਹੈ ਉਹ ਹਮੇਸ਼ਾ ਚੇਂਜ ਹੋਣੀ ਚਾਹੀਦੀ ਹੈ, ਕੁਝ ਵੀ ਹੋਈ ਜਾਵੇ। ਐਂ ਡੈਮੋਕ੍ਰੇਸੀ ਜਿਹੜੀ ਹੈ ਉਹ ਸਭ ਤੋਂ ਵਧੀਆ ਫੰਕਸ਼ਨ ਕਰਦੀ ਹੈ, ਐਂ ਸਰਕਾਰ ਸਭ ਤੋਂ ਵਧੀਆ ਤਰੀਕੇ ਨਾਲ ਚੱਲ ਸਕਦੀ ਹੈ ਜੇ ਜਿੱਤੀ ਹੋਈ ਸਰਕਾਰ ਨਾ ਜਿੱਤੇ ਵਾਪਸ। ਜੇ ਸੈਂਟਰ ਦੇ ਵਿੱਚ ਮੋਦੀ ਹੈ ਤਾਂ ਅਗਲੇ ਸਾਲ, ਅਗਲੇ 5 ਸਾਲਾਂ ਬਾਅਦ ਮੋਦੀ ਨਹੀਂ ਜਿੱਤਣਾ ਚਾਹੀਦਾ, ਕੋਈ ਹੋਰ ਸਰਕਾਰ ਜਿੱਤ ਜੇ। ਉਹਦੇ ਚ ਕੀ ਹੈ, ਬਦਲਾਅ ਹੀ ਇੱਕ ਸਭ ਤੋਂ ਵੱਡੀ ਗਰੋਥ ਦਾ ਕਾਰਨ ਹੈ। ਜੇ ਬਦਲਾਅ ਆਊਗਾ ਤਾਂ ਹੀ ਕੱਲ ਨੂੰ ਆਪਾਂ ਜ਼ਿੰਦਗੀ 'ਚ ਅੱਗੇ ਵੱਧ ਪਾਵਾਂਗੇ, ਨਹੀਂ ਤਾਂ ਉੱਥੇ ਹੀ ਖੜੇ ਰਹਿ ਜਾਾਂਗੇ। ਜੇ ਆਪਾਂ ਇੱਕ ਥਾਂ ਤੇ ਅਟਕ ਗਏ ਤਾਂ ਉਹ ਤਾਂ ਜਿੰਦ ਗਰਾਰੀ ਅੜਕਣ ਵਾਲਾ ਹਿਸਾਬ ਹੈ, ਫਿਰ ਤੁਸੀਂ ਖੜੇ ਹੋ, ਫਿਰ ਤੁਸੀਂ ਨਾ ਰਾਸਤਾ ਅੱਗੇ ਦਾ ਨਾ ਪਿੱਛੇ ਦਾ। ਕਬੱਡੀ ਕੱਪ ਹੈ ਇਹ, ਕਬੱਡੀ ਕੱਪ, ਘਟੀਆ ਤੇ ਕਰਪਟ ਪਾਰਟੀਆਂ ਨਾਲ। ਆਪਾਂ ਸਾਰੀ ਜਨਤਾ ਇੱਕ ਸਾਈਡ ਤੇ ਆ, ਇਹ ਸਾਰੀਆਂ ਸਿਆਸੀ ਪਾਰਟੀਆਂ ਜਿਨ੍ਹਾਂ ਨੇ ਗੰਦ ਪਾਇਆ ਹੋਇਆ, ਆਪਣੀ ਸਰਕਾਰ, ਆਪਣੇ ਪੰਜਾਬ ਨੂੰ ਬਰਬਾਦ ਕੀਤਾ ਹੋਇਆ, ਉਹ ਸਾਰੀਆਂ ਇੱਕ ਸਾਈਡ ਤੇ ਨੇ। ਹੁਣ ਇਹ ਆਪਾਂ ਸੋਚਣਾ ਵੀ ਆਪਾਂ ਉਹਨਾਂ ਨੂੰ ਕਿਵੇਂ ਜਿਤਾਣਾ।
ਆਪਣੇ ਹੀ ਜ਼ੋਰ ਨਾਲ ਇੱਕ ਸਹੀ ਪਾਰਟੀ, ਜਿਹੜੀ ਵੀ ਤੁਹਾਨੂੰ ਲੱਗਦੀ ਹੈ ਸਹੀ ਪਾਰਟੀ ਹੈ, ਉਹ ਮੂਹਰੇ ਆ ਸਕਦੀ ਹੈ ਤੇ ਡਟ ਕੇ ਇਹਨਾਂ ਦਾ ਮੁਕਾਬਲਾ ਕਰ ਸਕਦੀ ਹੈ। ਪਰ ਆਪਣੀ ਸਪੋਰਟ ਦੀ ਉਹਨੂੰ ਇਸ ਟਾਈਮ ਸਭ ਤੋਂ ਵੱਧ ਲੋੜ ਹੈ। ਨਹੀਂ ਪੰਜਾਬ ਖਤਮ ਹੋ ਜੂ, ਮੈਂ ਤੁਹਾਨੂੰ ਦੱਸਤਾ, ਪੰਜਾਬ ਖਤਮ ਹੋ ਜੂ। ਸਿੱਧੀ ਜੀ ਗੱਲ ਹੈ। ਦੋ ਤਰ੍ਹਾਂ ਦੇ ਲੋਕ ਨੇ ਇੱਥੇ, ਇੱਕ ਬਹੁਤ ਪੈਸੇ ਵਾਲੇ ਨੇ। ਇਸ ਚੀਜ਼ 'ਚ ਮੈਂ ਸਾਹਮਣੇ ਆਪਦੇ ਵੱਲੋਂ ਹੀ ਕਹਿਦਾ, ਜਿਹੜਾ ਮੈਨੂੰ ਸਮਝ ਆਉਂਦਾ ਵੀ ਇਸ ਚੀਜ਼ 'ਚ ਮੈਂ ਆਮ ਆਦਮੀ ਪਾਰਟੀ ਦਾ ਗੱਲ ਕਰ ਰਿਹਾ ਵੀ ਜਿਹੜੇ ਘੱਟ ਪੈਸੇ ਵਾਲੇ ਲੱਗਦੇ ਮੈਨੂੰ, ਐ ਨਹੀਂ ਕਹਿਣਾ ਵੀ ਉਹ ਪੈਸੇ ਵਾਲੇ ਨਹੀਂ ਹੈਗੇ, ਬਥੇਰੇ ਹੋਣਗੇ ਪੈਸੇ ਵਾਲੇ, ਪਰ ਮੈਂ ਪੈਸਾ ਵੰਡਦੇ ਆ ਅੰਨੇਵਾਹ ਪੈਸਾ ਵੰਡਦੇ ਨਹੀਂ ਦੇਖਿਆ ਹੈਗਾ ਉਹਨਾਂ ਨੂੰ। ਮੈਂ ਅੱਜ ਅਕਾਲੀਆਂ ਨੂੰ ਵੀ ਦੇਖਿਆ, ਮੈਂ 3 ਦਿਨ ਪਹਿਲਾਂ ਕਾਂਗਰਸੀਆਂ ਨੂੰ ਵੀ ਦੇਖਿਆ ਸੀ ਵੋਟਾਂ ਖਰੀਦਦਿਆਂ ਨੂੰ, ਤੇ ਸਾਰੀ ਦੁਨੀਆ ਨੂੰ ਪਤਾ ਹੈ। ਤਾਂ ਕਰਕੇ ਮੈਂ ਇਹੀ ਕਹਿ ਰਿਹਾ ਵੀ ਤੁਹਾਨੂੰ ਵੀ ਪਤਾ ਇਹ ਚੀਜ਼, ਮੈਨੂੰ ਵੀ ਪਤਾ ਕਿਤੇ ਨਾ ਕਿਤੇ, ਚਾਹੇ ਜੇ ਕੋਈ ਅਮੀਰ ਹੈ ਚਾਹੇ ਕੋਈ ਗਰੀਬ ਹੈ ਯੂਥ ਚੋਂ, ਜਾਂ ਜਿਹੜਾ ਵੀ ਇਹ ਵੀਡੀਓ ਦੇਖ ਰਿਹਾ ਹੈ, ਵੀ ਪੈਸੇ ਵਾਲਿਆਂ ਤੋਂ ਜਿੱਤਣਾ ਬਹੁਤ ਔਖਾ ਹੈ। ਮੈਂ ਤੁਹਾਨੂੰ ਦੱਸਦਾ, ਸਮਝ ਰਹੇ ਹੋ? ਆਪਣਾ ਮੋਟੀਵੇਸ਼ਨ, ਆਪਣਾ ਜਿਹੜਾ ਹਿੰਮਤ ਹੈ, ਉਹ ਕਿਤੇ ਨਾ ਕਿਤੇ ਆ ਕੇ ਜ਼ਰੂਰ ਜਵਾਬ ਦੇ ਜਾਂਦੀ ਹੈ। ਪਤਾ ਜੇ ਆਪਣੇ ਕੋਲ ਪੈਸਾ ਨਹੀਂ ਹੈਗਾ, ਪੈਸੇ ਵਾਲੇ ਬੰਦੇ ਕੋਲ 100 ਤਰੀਕੇ ਹੁੰਦੇ ਆ ਪਤਾ ਜਿੱਤਣ ਦੇ, ਪਰ ਜਿਹੜਾ ਬਿਨਾਂ ਪੈਸੇ ਵਾਲਾ ਹੁੰਦਾ, ਜਿਹੜਾ ਮਿਹਨਤੀ ਬੰਦਾ ਹੁੰਦਾ, ਉਹਦੇ ਕੋਲ ਇੱਕ ਹੀ ਤਰੀਕਾ ਹੁੰਦਾ, ਉਹ ਹੁੰਦੀ ਹੈ ਮਿਹਨਤ ਤੇ ਲਗਨ। ਦੇਖਿਓ ਪੰਜਾਬੀਓ, ਮਿਹਨਤ ਤੇ ਲਗਨ ਕਿਸੇ ਦੀ ਜਵਾਬ ਨਾ ਦੇ ਜੇ। ਇਸ ਵਾਰੀ ਮੈਂ ਤੁਹਾਨੂੰ ਦੱਸਤਾ, ਪੰਜਾਬ ਬਚਾ ਲਓ ਇਸ ਵਾਰੀ, ਬਾਕੀ ਤੁਹਾਡੀ ਇੱਛਾ ਸਾਰਿਆਂ ਦੀ। ਫੋਰਸ ਤਾਂ ਦੇਖੋ ਮੈਂ ਕੁਝ ਨਹੀਂ ਕਰ ਸਕਦਾ, ਵੋਟ ਪਾਉਣ ਸਾਰੇ ਜ਼ਰੂਰ ਆਈਓ, ਆਪਦੀ ਮਰਜ਼ੀ ਨਾਲ ਵੋਟ ਪਾਈਓ, ਪਰ ਵੋਟ ਜ਼ਰੂਰ ਪਾਈਓ। ਇੱਕ ਆਹ ਮੈਂ ਆਪ ਮਾਨਸਾ ਜ਼ਿਲ੍ਹੇ ਤੋਂ ਬਿਲੋਂਗ ਕਰਦਾ, ਪਤਾ ਨਹੀਂ ਕਿਉਂ ਮੇਰਾ ਜੀ ਕੀਤਾ ਵੀ ਮੈਂ ਸਿੱਧੂ ਮੂਸੇਵਾਲੇ ਦੇ ਇੰਟਰਵਿਊ ਦਾ ਜ਼ਰੂਰ ਡਿਸਕਸ਼ਨ ਕਰਾਂ ਮੈਂ ਵਿੱਚ। ਜੇ ਤੁਸੀਂ ਦੇਖਿਆ ਹੋਊਗਾ ਇਸ 'ਚ ਸਿਰਫ ਕਾਂਗਰਸ ਪਾਰਟੀ ਨੂੰ ਰੈਫਰੈਂਸ ਹੋਗਾ, ਕਿ ਮੈਂ ਨਹੀਂ ਪਰਸਨਲੀ ਨਹੀਂ ਚਾਹੁੰਦਾ ਹੈਗਾ ਕਿ ਕਾਂਗਰਸ ਪਾਰਟੀ ਜਿੱਤੇ, ਕੋਈ ਵੀ ਪਾਰਟੀ ਜਿੱਤੇ, ਚਾਹੇ ਅਕਾਲੀ ਜਿੱਤ ਜਾਣ, ਚਾਹੇ ਬੀਜੇਪੀ ਜਿੱਤ ਜੇ, ਚਾਹੇ ਉਹ ਜਿੱਤ ਜਾਣ, ਪਰ ਕਾਂਗਰਸ ਨਹੀਂ ਜਿੱਤਣੀ ਚਾਹੀਦੀ, ਕਿਉਂਕਿ ਮੇਰੀ ਇੱਕ ਸਿੰਪਲ ਜੀ ਆਈਡੀਓਲੋਜੀ ਹੈ ਵੀ ਸੇਮ ਪਾਰਟੀ ਦੁਬਾਰੇ ਪਾਵਰ 'ਚ ਨਹੀਂ ਆਣੀ ਚਾਹੀਦੀ। ਵੱਡੇ ਵੱਡੇ ਲੋਕ ਸਮਝ ਲਓ, ਸਿੱਧੂ ਮੂਸੇਵਾਲਾ, ਯੋਗਰਾਜ ਸਿੰਘ ਕ੍ਰਿਕਟਰ, ਜਾ ਕੇ ਜੁਆਇਨ ਕਰਦੇ ਨੇ। ਇਹ ਚੀਜ਼ ਨਹੀਂ ਸਮਝਦੇ ਵੀ ਜੇ ਇੱਕ ਨਾਲ ਇੱਕ ਜੁੜਦਾ ਨਾ ਤਾਂ ਉਹ ਦੋ ਨਹੀਂ ਹੁੰਦਾ, ਇਹ 11 ਬਣਾਉਂਦੇ ਨੇ। ਇਹਨਾਂ ਕੋਲ ਇੰਨੀ ਪਾਵਰ ਹੈ, ਇੰਨਾ ਇਹਨਾਂ ਕੋਲ ਯੂਥ, ਸਮਝ ਲਓ ਇਹਨਾਂ ਦੇ ਸਪੋਰਟ ਕਰਦਾ, ਇਹਨਾਂ ਦੇ ਮਾਂਗਰ ਸੀਗਾ। ਸਿੱਧੂ ਮੂਸੇਵਾਲੇ ਦੇ ਗਾਣੇ ਸੀ ਵੀ ਲੋਕ ਕਰਦੇ ਨੇ ਕੰਮ ਉਹਨੂੰ, ਉਹਦੇ ਲੋਕ ਕਰਦੇ ਨੇ ਜੱਜ ਉਹਦੇ ਕੰਮ ਕਰਕੇ। ਇਹਨਾਂ ਲੀਡਰਾਂ ਨੂੰ ਮਾਰ ਕੇ ਗੋਲੀ ਮਾਰਨੀ ਚਾਹੀਦੀ ਹੈ, ਇਹ ਪਤਾ ਨਹੀਂ ਕੀ ਕੁਛ ਗਾਣਾ ਸੀ, ਮੈਂ ਬਾਹਲੇ ਗਾਣੇ ਤਾਂ ਨਹੀਂ ਸੁਣਦਾ ਹੈਗਾ ਇਹਦੇ, ਪਰ ਮੈਂ ਐਵੇਂ ਦੇ ਗਾਣੇ ਸੁਣੇ ਸੀ। ਅੱਜ ਤੂੰ ਉਹੀ ਲੀਡਰਾਂ 'ਚ ਜੁਆਇਨ ਕਰਤਾ, ਕਿਉਂ? ਅੱਜ ਲੀਡਰ ਸਾਫ਼ ਹੋ ਗਿਆ, ਅੱਜ ਵਾਸ਼ਿੰਗ ਮਸ਼ੀਨ ਬਣ ਗਈ ਤੂੰ, ਮਤਲਬ ਤੂੰ ਕਾਂਗਰਸ ਪਾਰਟੀ ਨੂੰ ਵਾਸ਼ਿੰਗ ਮਸ਼ੀਨ ਬਣਾਤਾ? ਨਹੀਂ ਨਾ ਯਾਰ, ਗਲਤ ਗੱਲਾਂ ਨੇ ਇਹ। ਤੁਸੀਂ ਯਾਰ ਇੰਨੇ ਪੋਪੂਲਰ ਬੰਦੇ ਹੋ, ਹੈ ਇੰਨੀ ਤੁਹਾਡੀ ਸਪੋਰਟ ਆ। ਯੁਵਰਾਜ ਸਿੰਘ ਦੇ ਫਾਦਰ ਸਾਹਿਬ ਹੋ ਤੁਸੀਂ, ਤੁਹਾਨੂੰ ਕਿਸ ਚੀਜ਼ ਦੀ ਕਮੀ ਹੈ? ਤੁਹਾਨੂੰ ਪੈਸੇ ਦੀ ਕਮੀ ਹੈ ਯਾਰ? ਕੀ ਕਾਰਨ ਹੈ ਮੈਨੂੰ ਦੱਸ ਦਿਓ ਕਾਂਗਰਸ ਜੁਆਇਨ ਕਰਨ ਦਾ? ਉਹ ਤੁਹਾਡੇ ਚਾਚੇ ਦਾ ਮੁੰਡਾ, ਉਹ ਤੁਹਾਡੇ ਮਾਸੜ ਦਾ ਮੁੰਡਾ, ਇਹੋ ਜਿਹਾ ਕੁਝ ਨਹੀਂ ਸੁਣਨਾ ਹੈਗਾ ਮੈਂ, ਉਹ ਤੁਹਾਡਾ ਯਾਰ ਹੈ ਜਾਂ ਹੋਰ ਹੈ। ਕੀ ਤੁਸੀਂ ਐਂ ਸੋਚੋ, ਤੁਸੀਂ ਦਿਲੋਂ ਸੋਚੋ, ਕਾਂਗਰਸ ਪਾਰਟੀ ਜਿਹੜੀ ਹੈਗੀ ਹੈ ਪੰਜਾਬ ਦੀ, ਉਹ ਸਹੀ ਪਾਰਟੀ ਹੈ? ਕੀ ਉਹਨੇ ਉਹ 5 ਸਹੂਲਤਾਂ, ਐਜੂਕੇਸ਼ਨ, ਹੈਲਥ ਕੇਅਰ, ਸਕੂਲਿੰਗ, ਪੜ੍ਹਾਈ, ਸਿਕਿਉਰਿਟੀ, ਪੁਲਿਸ, ਪੰਜਾਬ ਪੁਲਿਸ, ਨਸ਼ਾਖੋਰੀ, ਰਿਸ਼ਵਤਖੋਰੀ ਪੰਜਾਬ 'ਚ ਘਟਾਈ ਹੈ, ਬੰਦ ਕੀਤੀ ਹੈ? ਨਹੀਂ ਕੀਤੀ। ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਫਿਰ ਤੁਸੀਂ ਜਾ ਕੇ ਸਪੋਰਟ ਕਰਦੇ ਹੋ, ਕਿਉਂਕਿ ਤੁਸੀਂ ਵੀ ਉਸੇ ਹੀ ਕਰੀਮ ਦਾ ਨਿਕਲੇ ਹੋਏ ਹਿੱਸਾ ਹੋ। ਮੈਂ ਤੁਹਾਨੂੰ ਦੱਸਾਂ, ਤੁਹਾਡੇ ਕੋਲ ਵੀ ਪ੍ਰਿਵਿਲੇਜ ਸੀ ਉਹੋ ਜੀ, ਤਾਂ ਹੀ ਤੁਸੀਂ ਅੱਜ ਜੋ ਹੋ ਉਹ ਬਣ ਗਏ। ਜਿਹੜਾ ਆਪਦੇ ਦਮ ਤੇ ਮਿਹਨਤ ਨਾਲ ਖੜਾ ਹੋਇਆ ਹੁੰਦਾ ਨਾ, ਉਹਨੂੰ ਇਸ ਚੀਜ਼ ਦਾ ਸਭ ਤੋਂ ਵੱਧ ਰਿਅਲਾਈਜੇਸ਼ਨ ਹੁੰਦਾ ਹੈ ਕਿ ਸਟਰਗਲ ਦੀ ਕੀ ਜ਼ਿੰਦਗੀ ਹੁੰਦੀ ਹੈ। ਸਮਝ ਰਹੇ ਹੋ? ਜਿਹੜਾ ਇੱਕ ਆਮ ਆਦਮੀ ਹੈ ਨਾ ਪੰਜਾਬ ਦਾ, ਉਹ ਬਹੁਤ ਸਟਰਗਲ ਕਰ ਰਿਹਾ ਅੱਜ ਦੇ ਟਾਈਮ 'ਚ। ਉਹ ਚੀਜ਼ ਨੂੰ ਜੇ ਤੁਸੀਂ ਨਹੀਂ ਨਾ ਸਮਝ ਰਹੇ, ਤਾਂ ਤੁਸੀਂ ਫੇਰ ਜਾ ਕੇ ਇਹੋ ਜਿਹੀਆਂ ਪਾਰਟੀਆਂ ਦਾ ਸਾਥ ਦੇ ਰਹੇ ਹੋ। ਮੇਰੇ ਕੋਲ ਸ਼ਬਦ ਨਹੀਂ ਹੈਗੇ ਪਤਾ ਤੁਹਾਡੀ ਨਿੰਦਾ ਕਰਨ ਨੂੰ। ਰੱਬ ਦੇਖਦਾ, ਆਪਦੀ ਆਤਮਾ ਨੂੰ ਧਿਆਨ ਰੱਖਿਓ, ਕਰਮਾਂ ਦਾ ਫਲ ਮਿਲਦਾ ਜ਼ਰੂਰ ਹੈ। ਇਹ ਸਿਆਣੀ ਗੱਲ ਨਹੀਂ ਹੈਗੀ ਤੁਹਾਡੇ ਵਾਸਤੇ। ਮੈਂ ਤੁਹਾਡੀ ਦੋਨਾਂ ਦੀ ਬਹੁਤ ਕਦਰ ਕਰਦਾ ਸੀ। ਸਿੱਧੂ ਮੂਸੇਵਾਲੇ ਦਾ ਇੰਟਰਵਿਊ ਸੀਗਾ ਮਾਨਸਾ 'ਚ, ਕੋਈ ਪ੍ਰਾਈਮ ਏਸ਼ੀਆ ਵਾਲੇ ਲੈ ਰਹੇ ਸੀ ਜਾ ਕੇ, ਉਹਨੂੰ ਪੁੱਛਦੇ ਵੀ ਭਾਈ ਤੁਸੀਂ ਗਾਣੇ ਗਾਉਂਦੇ ਹੋ, ਹੈ ਹਥਿਆਰਾਂ ਨਾਲ ਰਿਲੇਟਡ, ਇਹ ਰਿਲੇਟਡ, ਉਹ ਰਿਲੇਟਡ, ਇਹ ਕੀ ਤੰਤ ਹੈ? ਅੱਜ ਕੱਲ੍ਹ ਦੀ ਯੂਥ ਜੇ ਤੁਹਾਨੂੰ ਇੱਕ, ਇਹ ਜੇ ਤੁਸੀਂ ਉਹਨਾਂ ਲਈ ਸਹਾਰਾ ਬਣੋਗੇ, ਉਹਨਾਂ ਲਈ ਲੀਡਰ ਬਣੋਗੇ, ਵਿਜ਼ਨਰੀ ਲੀਡਰ ਹੋਣਾ ਚਾਹੀਦਾ ਇੱਕ, ਉਹ ਤੁਹਾਨੂੰ ਦੇਖ ਕੇ ਕੀ ਸਿੱਖੂਗੀ? ਉਹ ਕਹਿੰਦੇ ਮੈਂ ਤਾਂ ਅੱਗੇ ਵੀ ਆਹੀ ਗਾਣੇ ਕੱਢੂੰਗਾ। ਕੋਈ ਸਿਆਣੀ ਗੱਲ ਹੈ ਇਹ? ਦੱਸ ਦਿਓ, ਅੱਜ ਇਹ ਬੰਦੂਕਾਂ ਦਾ ਟਾਈਮ ਹੈ ਇਹ ਪੰਜਾਬ 'ਚ? ਸਾਰਾ ਦੇਸ਼ ਤਰੱਕੀ ਕਰੀ ਜਾਂਦੇ ਨੇ, ਸਾਰੇ ਦੇਸ਼ ਪੜ੍ਹਾਈਆਂ 'ਚ ਅੱਗੇ ਨੇ, ਹੋਰ ਕਾਸ 'ਚ ਅੱਗੇ ਨੇ, ਇਹ ਮਸੀਂ ਬੰਦੂਕਾਂ ਨਾਲ। ਬੰਦੂਕ ਨਾਲ ਕੀ ਹੋ ਜਾਊਗਾ? ਦੋ ਬੰਦੂਕ ਲੈ ਕੇ ਇੱਕ ਬੰਦਾ ਤੁਹਾਡੇ ਘਰੇ ਬੰਦੂਕ ਲੈ ਕੇ ਬਾਹਰ ਆ ਗਿਆ, ਇੱਕ ਬੰਦੂਕ ਤੁਸੀਂ ਚੱਕ ਲਈ, ਤੁਸੀਂ ਉਹਦੇ ਕੋਲੇ ਮਾਰੀ, ਉਹਨੇ ਤੁਹਾਡੇ ਕੋਲੇ ਮਾਰੀ, ਨੁਕਸਾਨ ਕਿਹਦਾ ਹੋ ਗਿਆ? ਦੋਨਾਂ ਦਾ। ਕੀ ਰਿਹਾ? ਉਹਨਾਂ ਮਾਵਾਂ ਭੈਣਾਂ ਦਾ ਕੀ ਬਣੂਗਾ ਜਿਹੜੀਆਂ ਘਰੇ ਬੈਠੀਆਂ ਇੰਤਜ਼ਾਰ ਕਰ ਰਹੀਆਂ ਨੇ ਵੀ ਸ਼ਾਮ ਨੂੰ ਸਾਡੇ ਮੁੰਡੇ ਜਾਂ ਸਾਡੇ ਪਿਓ ਜਾਂ ਸਾਡੇ ਪੁੱਤਰ ਰੋਟੀ ਖਾਣ ਆਉਣਗੇ? ਇਹ ਕੋਈ ਸਿਆਣੀ ਗੱਲ ਹੈ? ਉਹ ਮੌੜ ਦੇ ਵਿੱਚ ਇੰਸੀਡੈਂਟ ਹੋਇਆ ਸੀ, ਜਿਹਦੇ 'ਚ ਉਹ ਵਿਆਹ 'ਚ ਆਹੀ ਗਾਣਾ ਚਲਾ ਰੱਖੇ ਸੀ ਤੁਹਾਡੇ ਵਾਲਿਆਂ 'ਚੋਂ ਹੀ, ਤੇਰਾ ਚਲਾ ਰੱਖਿਆ ਹੋਣਾ ਸਿੱਧੂ ਮੂਸੇਵਾਲੇ ਦਾ ਜਾਂ ਕਿਸੇ ਹੋਰ ਦਾ।
ਉਹ ਫੈਰ ਮਾਰਿਆ, ਉਹ ਵਿਚਾਰੇ ਜਿਹੜੇ ਹੁੰਦੇ ਨੇ, ਜਿਹੜੇ ਆਪਦੇ ਮਤਲਬ ਕੰਮ ਰੋਜੀ ਰੋਟੀ ਆ ਉਹਨਾਂ ਦੀ ਉੱਥੇ ਨੱਚ ਕੇ ਜਾਂ ਐਂਟਰਟੇਨ ਕਰਨਾ ਜਿਵੇਂ ਵੀ, ਡੈਥ ਹੋ ਗਈ ਸੀ ਉੱਥੇ ਸ਼ਰੇਆਮ। ਕੀ ਹੋ ਗਿਆ? ਕੋਈ ਸਿਆਣੀ ਗੱਲ ਇਹ? ਕੀ ਪ੍ਰਮੋਸ਼ਨ ਹੈ ਇਹ? ਕੀ ਕਲਾਸ ਹੈ ਇਹ? ਕਿੱਥੋਂ ਦੀ ਕਲਾਸ ਹੈ ਇਹ? ਵੀ ਹਾਂ ਵੀ ਭਈ ਹਥਿਆਰ ਜੇ ਸਾਡੇ ਡੱਬ ਚ ਆ ਤਾਂ ਅਸੀਂ